वेलकम बैक। मैं मनवीर कौर। पंजाब का पोलिटिकल इतिहास आप पढ़ रहे हैं, सो मैं हाजिर हाँ उसी कंटिन्यूएशन दे विच अगली वीडियो रिपोर्ट लैके आप गलबात करांगे अज कि जिहड़ा पंजाब है, पंजाब दो दहाकियां दे विच इन 2 डेकेड्स वो 3 वारी टुटदा आ, ओदी 3 वारी रीऑर्गेनाइजेशन हुंदी, ओदियां हद्दां सरहदां तय हुंदियां ने। सब तो पहला 1947 च पंजाब 2 हिस्सियां च वंडिया जांदा। उस तो बाद 1956 ਦੇ ਵਿੱਚ ਪੰਜਾਬ ਦੇ ਅੰਦਰ ਹੀ ਇੱਕ ਪੈਪਸੂ ਹੁੰਦਾ, ਪੈਪਸੂ ਸਟੇਟ ਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਪੈਪਸੂ ਹੁੰਦਾ ਜਿਹੜੇ ਰਾਜਿਆਂ ਦੇ ਰਾਜ ਹੁੰਦੇ, ਉਹਨਾਂ ਨੇ ਆਪਸ ਚ ਮਿਲ ਕੇ ਇੱਕ ਯੂਨੀਅਨ ਬਣਾਈ ਹੁੰਦੀ ਹੈ ਜਿਹਦੀ ਅਲੱਗ ਸਰਕਾਰ, ਉਹਨਾਂ ਦਾ ਆਪਣੀ ਐਡਮਿਨਿਸਟ੍ਰੇਸ਼ਨ ਪੋਲਿਟੀ ਹੁੰਦੀ ਹੈ। ਉਸ ਤੋਂ ਬਾਅਦ 1966 ਦੇ ਵਿੱਚ ਪੰਜਾਬ ਫਿਰ ਵੰਡਿਆ ਜਾਂਦਾ ਹੈ, ਉਹਦੇ ਵਿੱਚ ਫਿਰ ਹੱਦਾਂ ਪੈਂਦੀਆਂ ਨੇ, ਉਹਦੇ ਵਿੱਚੋਂ ਫਿਰ ਨਿਕਲਦਾ ਪੰਜਾਬ ਔਰ ਹਰਿਆਣਾ। ਇਹ ਜਿਹੜੇ ਸ਼ੁਰੂਆਤ ਵਾਲਾ 1947 ਤੋਂ ਬਾਅਦ 2 ਦਹਾਕੇ ਸੀ, 20 ਸਾਲ ਇੱਕ ਸੰਘਰਸ਼ ਚੱਲਿਆ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਸੂਬਾ ਮੂਵਮੈਂਟ। ਪੰਜਾਬੀ ਸੂਬਾ ਮੂਵਮੈਂਟ ਤੇ ਆਪਾਂ ਗੱਲਬਾਤ ਕਰਾਂਗੇ ਅੱਜ, ਡਿਟੇਲ ਨਾਲ ਗੱਲਬਾਤ ਕਰਾਂਗੇ ਫਰੋਮ ਕਿੱਥੋਂ ਸ਼ੁਰੂ ਹੋਇਆ, ਉਹਦੇ ਪਿਛਲੇ ਮੰਤਵ ਕੀ ਸੀ, ਅਲਟੀਰੀਅਰ ਮੋਟਿਵ ਕੀ ਸੀ, ਕੀ ਇਹ ਇੱਕ ਸਕਸੈਸਫੁਲ ਪ੍ਰੋਜੈਕਟ ਸੀ, ਪੰਜਾਬੀਆਂ ਨੂੰ, ਪੰਜਾਬ ਨੂੰ ਇਹਦਾ ਕੋਈ ਫਾਇਦਾ ਹੋਇਆ ਜਾਂ ਇੱਕ ਫੇਲਡ ਪ੍ਰੋਜੈਕਟ ਸੀ। ਇਹਦੇ ਵਿੱਚ ਖਾਸ ਤੌਰ ਤੇ ਆਪਾਂ ਪੋਲਿਟਿਕਸ ਇਹਦੇ ਪਿੱਛੇ ਕਿੱਦਾਂ ਸ਼ਾਮਿਲ ਸੀ, ਪੋਲੀਟੀਕਲ ਐਕਟੀਵਿਟੀਜ਼ ਕਾਂਗਰਸ, ਅਕਾਲੀ ਦਲ ਐਂਡ ਹੋਰ ਧਰਾਵਾਂ ਦੀਆਂ ਕਿੱਦਾਂ ਸ਼ਾਮਿਲ ਸੀ ਔਰ ਕਿੱਦਾਂ ਉਹਨਾਂ ਨੇ ਇਸ ਪੰਜਾਬੀ ਸੂਬਾ ਮੂਵਮੈਂਟ ਨੂੰ ਅੱਗ ਦਿੱਤੀ ਜਾਂ ਇਹਨੂੰ ਵਧਾਇਆ, ਜਾਂ ਇਹਦੇ ਨਾਲ ਕਿਹੜੀ ਪੋਲੀਟੀਕਲ ਪਾਰਟੀ ਨੇ ਲਾਭ ਖੱਟਿਆ ਔਰ ਕਿਹੜੀ ਨੁਕਸਾਨ ਦੇ ਵਿੱਚ ਗਈ। ਪੰਜਾਬ ਦਾ ਨਕਸ਼ਾ 3 ਵਾਰੀ ਬਦਲਿਆ ਔਰ ਨਕਸ਼ਾ ਬਦਲਣ ਦੇ ਨਾਲ ਸਿਰਫ ਇੱਕ ਮੈਪ ਹੀ ਚੇਂਜ ਨਹੀਂ ਹੁੰਦਾ, ਹਰ ਇੱਕ ਚੀਜ਼ ਅਫੈਕਟ ਹੁੰਦੀ ਹੈ। ਜਿਓਗ੍ਰਾਫੀ, ਟੋਪੋਗ੍ਰਾਫੀ, ਐਡਮਿਨਿਸਟ੍ਰੇਸ਼ਨ, पॉलिटिक्स, कास्ट, धर्म, सिक्योरिटी, हर एक चीज इंक्लूडिंग इकोनॉमी ते भी बहुत बड़ा प्रभाव पैंदा है। सिखां दी अपनी एक सॉवरीन स्टेट होवे, ये आइडिया कोई नवा नहीं है, ये आइडिया बहुत पुराना है। अगर आप गुरु गोबिंद सिंह जी दे टाइम तो भी देखिए तो राज करेगा खालसा, अरदास दे विच भी राज करेगा खालसा शामिल हुंदा। मोस्ट ऑफ जिहड़ियां धार्मिक जिहड़े प्रोग्राम हुंदे आ जिथे भी राज करेगा खालसा, जिहड़ा अज दे टाइम च भी ये चीज एक बहुत फेमस स्लोगन आ, धार्मिक स्लोगन आ ਜਿਹੜੀ ਪੰਥਿਕ ਇਕੱਤਰਤਾ ਦੇ ਰਾਜ ਕਰਨ ਦੀ ਗੱਲ ਕਰਦਾ। ਉਸ ਤੋਂ ਬਾਅਦ ਸਿੱਖਾਂ ਦਾ ਆਪਣੀਆਂ ਮਿਸਲਾਂ ਹੁੰਦੀਆਂ ਸੀ, ਮਿਸਲਾਂ ਦਾ ਰਾਜ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਕਿੰਗਡਮ ਆਉਂਦਾ, ਜਿਹਨੂੰ ਬੜੇ ਮਾਣ ਨਾਲ ਆਪਾਂ ਸਿੱਖ ਰਾਜ ਕਹਿੰਦੇ ਆ। ਪੰਜਾਬੀ ਲੋਕਾਂ ਦੇ ਵਿੱਚ ਉਹਨੂੰ ਸਿੱਖ ਰਾਜ ਦੇ ਨਾਮ ਤੋਂ ਹੀ ਡੋਨੇਟ ਕੀਤਾ ਜਾਂਦਾ ਜਾਂ ਖਾਲਸਾ ਰਾਜ ਕਿਹਾ ਜਾਂਦਾ। ਸੋ ਅਗੇਨ ਇੱਥੇ ਤੱਕ ਵੀ 1849 ਦੇ ਵਿੱਚ ਬ੍ਰਿਟਿਸ਼ ਆਉਂਦੇ ਆ, ਬ੍ਰਿਟਿਸ਼ ਐਂਗਲੋ ਸਿੱਖ ਵਾਰਸ ਹੁੰਦੀਆਂ ਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਢਾਹ ਲੱਗਦੀ ਆ, ਉੱਥੇ ਗੋਰਿਆਂ ਦਾ ਬ੍ਰਿਟਿਸ਼ਰਸ ਦਾ ਕਬਜ਼ਾ ਹੋ ਜਾਂਦਾ 1849। ਸੋ 1849 ਤੱਕ ਵੀ ਸਿੱਖ ਸੋਵਰੀਅਨ ਸਟੇਟ, ਵੀ ਸਿੱਖਾਂ ਦੀ ਆਪਣੀ ਧਰਤੀ, ਸਿੱਖ ਹੋਮਲੈਂਡ ਦਾ ਕਨਸੈਪਟ ਸੀ। ਬ੍ਰਿਟਿਸ਼ ਰਾਜ ਸ਼ੁਰੂ ਹੋਣ ਤੇ ਹੀ ਜਿਹੜੇ ਸਿੱਖ ਸੀਗੇ ਉਹ ਇੱਕ ਤਰ੍ਹਾਂ ਨਾਲ ਇਤਿਹਾਸ ਦੱਸਦਾ ਹੈ, ਬਹੁਤ ਕਿਤਾਬਾਂ ਦੱਸਦੀਆਂ ਨੇ ਕਿ ਵਰ ਵੈਰੀ ਲੋਇਲ ਟੂ ਬ੍ਰਿਟਿਸ਼ਰਸ, ਗੋਰਿਆਂ ਦੇ ਹਾਮੀ ਹੋ ਗਏ ਸੀ, ਗੋਰਿਆਂ ਦੇ ਸਾਥੀ ਹੋ ਗਏ ਸੀ। ਕਿ 1920s ਦੇ ਵਿੱਚ ਸਿੰਘ ਸਭਾ ਲਹਿਰ ਦੀ ਮੂਵਮੈਂਟ ਚਲਾਉਂਦੇ ਆ, ਜਿਹਦੇ ਵਿੱਚ ਗੋਰਿਆਂ ਤੋਂ ਤੰਗ ਆ ਚੁੱਕੇ ਹੁੰਦੇ ਆ ਜਾਂ ਪੋਲਿਟਿਕਸ ਇੰਟਰਫੇਅਰ ਕਰ ਚੁੱਕੀ ਹੁੰਦੀ ਆ ਵੀ ਅਸੀਂ ਆਪਣੀ ਰਾਜਨੀਤੀ ਦੇ ਵਿੱਚ ਆਉਣਾ, ਅਸੀਂ ਸਿੱਖਾਂ ਦੀ ਅਲੱਗ ਰਾਜਨੀਤਿਕ ਗਰੁੱਪ ਔਰ ਰਾਜਨੀਤੀ ਦੇ ਵਿੱਚ ਪ੍ਰੋਪਰ ਉਹਨਾਂ ਦੀ ਜਿਹੜੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਦਿਸ ਮਾਈਟ ਬੀ ਦਾ ਰੀਜ਼ਨ। ਨਾਲ ਹੀ ਜੋ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਜਿਹੜੀ ਇਹ ਸਿੰਘ ਸਭਾ ਲਹਿਰ ਸੀ, ਬਹੁਤ ਵੱਡਾ ਇਮੈਂਸ ਯੋਗਦਾਨ ਸਿੰਘ ਸਭਾ ਲਹਿਰ ਦਾ ਰਿਹਾ। ਓਨਲੀ ਐਂਡ ਓਨਲੀ ਸਿੰਘ ਸਭਾ ਲਹਿਰ ਸੀ ਜਿਹਨੇ ਗੁਰਦੁਆਰਿਆਂ ਨੂੰ ਸੇਵਾ ਸੰਭਾਲ, ਉਹਦੀ ਜੋ ਫਰਦਰ ਜੋ ਜਿੰਨੀ ਵੀ ਟੇਕ ਕੇਅਰ ਜੋ ਸਿੱਖ ਮਰਿਆਦਾ ਦੇ ਅਕੋਰਡਿੰਗ ਚਾਹੀਦੀ ਸੀ ਉਹਨਾਂ ਨੇ ਕੀਤੀ। ਪਲੱਸ ਉਸ ਟਾਈਮ ਮਹੰਤਾਂ ਦਾ ਰਾਜ ਹੁੰਦਾ ਸੀ, ਇੱਕ ਤਰ੍ਹਾਂ ਨਾਲ ਗੁਰਦੁਆਰਿਆਂ ਦਾ ਕੰਟਰੋਲ ਮਹੰਸ ਦੇ ਹੱਥਾਂ ਦੇ ਵਿੱਚ ਸੀ। ਔਰ ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਗੱਲਾਂ, ਇੱਦਾਂ ਦੀਆਂ ਐਕਟੀਵਿਟੀਜ਼ ਗੁਰਦੁਆਰਿਆਂ 'ਚ ਮਹੰਤਾਂ ਵੱਲੋਂ ਕੀਤੀਆਂ ਜਾਂਦੀਆਂ ਸੀ ਜਿਹੜੀਆਂ ਸਿੱਖ ਮਰਿਆਦਾ ਦੇ ਖਿਲਾਫ ਮੰਨੀਆਂ ਜਾਂਦੀਆਂ ਸੀ। ਬਹੁਤ ਵੱਡੇ ਮੋਰਚੇ ਲੱਗੇ, ਬਹੁਤ ਸ਼ਹੀਦੀਆਂ, ਕੁਰਬਾਨੀਆਂ ਦਿੱਤੀਆਂ, ਜ਼ਿੰਦਾ ਸਾੜੇ ਗਏ। ਨਾਨ ਵਾਇਲੈਂਟ ਟਾਈਪ ਦਾ ਪ੍ਰੋਟੈਸਟ ਸਿੱਖਾਂ ਵੱਲੋਂ ਕੀਤਾ ਗਿਆ, ਜਿਹਦੀ ਸ਼ਲਾਘਾ ਮਹਾਤਮਾ ਗਾਂਧੀ ਵੱਲੋਂ ਵੀ ਕੀਤੀ ਗਈ। ਐਂਡ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ, ਜਿਹੜੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ, ਉਹਨਾਂ ਵੱਲੋਂ ਵੀ ਸਿੰਘ ਸਭਾ ਲਹਿਰ ਵੱਲੋਂ ਜਿੰਨੀਆਂ ਕੁਰਬਾਨੀਆਂ ਔਰ ਜਿਸ ਤਰ੍ਹਾਂ ਦੇ ਨਾਨ ਵਾਇਲੈਂਸ ਦੇ ਅਹਿੰਸਾ ਵਾਲੇ ਪ੍ਰੋਟੈਸਟ ਕੀਤੇ ਗਏ, ਜਿਹਦੇ ਵਿੱਚ ਅਲਟੀਮੇਟਲੀ ਮਹੰਤਾਂ ਤੋਂ ਗੁਰਦੁਆਰੇ ਫ੍ਰੀ ਹੋ ਕੇ ਸਿੱਖਾਂ ਦੇ ਹੱਥ ਵਿੱਚ ਆ ਗਿਆ ਸੀ। ਉਸ ਟਾਈਮ ਸਥਾਪਨਾ ਹੋਈ ਸੀ SGPC ਐਂਡ ਨਾਲ ਹੀ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ 1936-37 ਦੇ ਵਿੱਚ ਵੀ ਕਾਫੀ ਅੱਛੀ ਭੂਮਿਕਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਸੀ। ਔਰ ਉਸ ਤੋਂ ਬਾਅਦ 1946 ਦੇ ਵਿੱਚ ਵੀ ਮਾਸਟਰ ਤਾਰਾ ਸਿੰਘ, ਪ੍ਰਤਾਪ ਸਿੰਘ ਕੈਰੋਂ ਵੀ ਅਕਾਲੀ ਦਲ ਦੇ ਨਾਲ ਸੀ ਉਸ ਟਾਈਮ।
ਕਾਫੀ ਵੱਡੀ ਭੂਮਿਕਾ ਦੇ ਵਿੱਚ ਹੋਰ ਬਹੁਤ ਲੀਡਰ ਸੀਗੇ। 1947 ਦਾ ਟਾਈਮ ਆਂਦਾ ਜਦੋਂ ਭਾਰਤ ਦੀ ਵੰਡ ਹੁੰਦੀ ਹੈ ਔਰ ਉਹਦੇ ਵਿੱਚੋਂ ਪਾਕਿਸਤਾਨ ਅਲੱਗ ਨਿਕਲ ਜਾਂਦਾ ਹੈ। ਇਸ ਵੰਡ ਤੋਂ ਕੁਝ ਸਮਾਂ ਪਹਿਲਾਂ ਮੁਹੰਮਦ ਅਲੀ ਜਿਨਾ ਜਿਹੜੇ ਆਗੂ ਹੁੰਦੇ ਆ ਮੁਸਲਿਮ ਲੀਗ ਦੇ, ਜਿਨ੍ਹਾਂ ਦੀ ਬਦੌਲਤ ਹੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਪਾਕਿਸਤਾਨ ਬਣਿਆ ਹੁੰਦਾ ਹੈ, ਉਹ ਮਾਸਟਰ ਤਾਰਾ ਸਿੰਘ ਨੂੰ ਇੱਕ ਤਰ੍ਹਾਂ ਨਾਲ ਆਪਣੇ ਵਿੱਚ ਰਲਾਉਣਾ ਚਾਹੁੰਦੇ ਆ ਕਿ ਤੁਸੀਂ ਪਾਕਿਸਤਾਨ ਦੇ ਨਾਲ ਆ ਜਾਓ, ਤਾਂ ਕਿ ਨਾਲ ਮਾਸਟਰ ਤਾਰਾ ਸਿੰਘ ਨੂੰ, ਮਾਸਟਰ ਤਾਰਾ ਸਿੰਘ ਇੱਕ ਸਿੱਖ ਕੌਮ ਦੇ ਬਹੁਤ ਵੱਡੇ ਆਗੂ ਸੀਗੇ ਜਿਨ੍ਹਾਂ ਤੇ ਜਿਹੜੇ ਸਿੱਖ ਲੋਕ ਸੀ ਉਹਨਾਂ ਦਾ ਕਾਫੀ ਭਰੋਸਾ ਸੀ। ਕਾਫੀ ਅਹਿਮ ਭੂਮਿਕਾ ਐਜ਼ ਅ ਕੌਮੀ ਨਾਇਕ ਮਾਸਟਰ ਤਾਰਾ ਸਿੰਘ ਦੀ ਰਹੀ ਹੈ ਬਾਅਦ ਵਾਲੇ ਕਈ ਦਹਾਕਿਆਂ ਦੇ ਵਿੱਚ ਵੀ। ਸੋ ਮਾਸਟਰ ਤਾਰਾ ਸਿੰਘ ਨੂੰ ਆਫਰਸ ਦਿੱਤੇ ਜਾਂਦੇ ਆ ਕਿ ਸਿੱਖਾਂ ਨੂੰ ਰਿਜ਼ਰਵੇਸ਼ਨ ਹੋਏਗੀ, ਸਿੱਖ ਬਿਲਕੁਲ ਸੇਫ ਫੀਲ ਕਰਨਗੇ, ਉਹਨਾਂ ਨੂੰ ਨੌਕਰੀਆਂ ਦੇ ਵਿੱਚ, ਫੌਜ ਦੇ ਵਿੱਚ ਐਂਡ ਪੋਲਿਟਿਕਸ ਦੇ ਵਿੱਚ ਵੀ ਰਿਜ਼ਰਵੇਸ਼ਨ ਦਿੱਤੀ ਜਾਏਗੀ, ਪ੍ਰਤੀਨਿਧਤਾ ਦਿੱਤੀ ਜਾਏਗੀ। ਬਟ ਸਵਾਲ ਜਦੋਂ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੂੰ ਕਰਦੇ ਆ ਕਿ ਕੀ ਅਗਰ ਕੱਲ ਨੂੰ ਸਿੱਖ ਚਾਹਣ ਕਿ ਅਸੀਂ ਪਾਕਿਸਤਾਨ ਦਾ ਹਿੱਸਾ ਨਹੀਂ ਰਹਿਣਾ, ਕੀ ਅਸੀਂ ਇੱਕ ਅਲੱਗ ਹੋ ਸਕਦੇ ਹਾਂ, ਤਾਂ ਮੁਹੰਮਦ ਅਲੀ ਜਿਨਾ ਇਸ ਚੀਜ਼ ਤੇ ਨਾ ਕਰ ਦਿੰਦੇ ਆ, ਜਿਹਦੇ ਤੋਂ ਮੁਹੰਮਦ ਅਲੀ ਜਿਨਾ ਔਰ ਮਾਸਟਰ ਤਾਰਾ ਸਿੰਘ ਦੀ ਕਨਵਰਸੇਸ਼ਨ ਟੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸੋ ਦੈਨ ਪੰਡਿਤ ਨਹਿਰੂ ਦੇ ਕੋਲ ਮਾਸਟਰ ਤਾਰਾ ਸਿੰਘ ਜੀ ਆਉਂਦੇ ਆ। ਸੋ ਇੰਡੀਆ ਦੇ ਵਿੱਚ ਰਹਿਣ ਦਾ ਡਿਸੀਜਨ ਮਾਸਟਰ ਤਾਰਾ ਸਿੰਘ ਜੀ ਵੱਲੋਂ ਲਿਆ ਜਾਂਦਾ ਕਿ ਅਸੀਂ ਇੰਡੀਆ ਦਾ ਹਿੱਸਾ ਹੋਵਾਂਗੇ। ਸਿੱਖ ਜਿਹੜੇ ਆ, ਪੰਜਾਬ ਆ ਜਿਹੜਾ ਸਿੱਖ ਕਨਸਟੀਚੁਐਂਸੀਜ਼ ਆ, ਜਿਹੜਾ ਸਿੱਖ ਮੈਜੋਰਿਟੀ ਏਰੀਆ ਆ, ਇਹ ਇੰਡੀਆ ਦਾ ਹੀ ਹਿੱਸਾ ਹੋਣਗੇ, ਪਾਕਿਸਤਾਨ ਦਾ ਨਹੀਂ। ਇੱਥੇ ਹੀ ਮੁਹੰਮਦ ਅਲੀ ਜਿਨਾ ਦਾ ਉਹ ਸੁਪਨਾ ਵੀ ਟੁੱਟਦਾ ਹੈ ਜਿਹੜਾ ਉਹਨੇ ਸੋਚਿਆ ਹੁੰਦਾ ਹੈ ਕਿ ਜਿਹੜੇ ਪਾਕਿਸਤਾਨ ਦੇ ਬਾਰਡਰ ਹੈ ਉਹ ਵਾਘਾ ਤੱਕ ਸੀਮਿਤ ਨਹੀਂ ਹੋਣਗੇ, ਰਾਦਰ ਉਹ ਗੁੜਗਾਉਂ, ਫਰੀਦਾਬਾਦ ਤੱਕ ਜਾਣਗੇ, ਦਿੱਲੀ ਦੇ ਨੇੜੇ ਤੱਕ। ਇਸ ਟਾਈਮ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਇਦਾਂ ਦੇ ਸੁਪਨੇ ਦਿਖਾਏ ਗਏ ਸੀ, ਇਦਾਂ ਦੀਆਂ ਗੱਲਾਂ ਲਿਖਤੀ ਰੂਪ ਦੇ ਵਿੱਚ ਪ੍ਰੈਜ਼ੈਂਟ ਜੋ ਕੀਤੀਆਂ ਗਈਆਂ ਸੀ ਕਿ ਪੰਜਾਬ ਦੀ ਨੰਬਰ 1 ਉਹਨਾਂ ਨੇ ਗੱਲ ਕਹੀ ਸੀ ਕਿ ਜਿਹੜੇ ਪੰਜਾਬੀ ਆ ਉਹ ਬਹੁਤ ਬਰੇਵ ਆ, ਉਹਨਾਂ ਨੂੰ ਮੈਂ ਬਹੁਤ ਖੁਸ਼ ਹੋਵਾਂਗਾ ਜਾਂ ਮੈਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ ਕਿ ਅਗਰ ਨਾਰਥ ਦੇ ਵਿੱਚ, ਮਤਲਬ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਲਈ ਇੱਕ ਅਲੱਗ ਖਿੱਤਾ ਹੋਵੇ ਜਿਹਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ, ਆਜ਼ਾਦੀ ਦਾ ਗਲੋ ਇੰਜੋਏ ਕਰ ਸਕਣ। ਸੋ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਵੀ ਗੱਲ ਕਹੀ ਸੀ ਉਸ ਟਾਈਮ ਕਿ ਜਿਹੜਾ ਇੰਡੀਆ ਆ ਉਹਦੀਆਂ ਜਿਹੜੀਆਂ ਸੂਬੇ ਵੰਡੇ ਹੋਏ ਨੇ, ਉਸ ਟਾਈਮ ਗੋਰਿਆਂ ਨੇ, ਬ੍ਰਿਟਿਸ਼ਰਸ ਨੇ ਆਪਣੇ ਹਿਸਾਬ ਦੇ ਨਾਲ ਵੰਡੇ ਹੋਏ ਸੀ ਕਿ ਆਪਾਂ ਜਿਹੜੇ ਪੰਜਾਬ ਇੰਡੀਆ ਦੇ ਸੂਬੇ ਹੋਣਗੇ ਉਹਨਾਂ ਦੀ ਵੰਡ ਕਲਚਰ ਔਰ ਭਾਸ਼ਾ ਦੇ ਆਧਾਰਿਤ ਕਰਾਂਗੇ, ਆਪਣੇ ਹਿਸਾਬ ਦੇ ਨਾਲ, ਲੋਕਾਂ ਦੇ ਹਿਸਾਬ ਦੇ ਨਾਲ ਸੂਬੇ ਬਣਾਵਾਂਗੇ। ਕਨਸਟੀਟਿਊਸ਼ਨ ਦੇ ਵਿੱਚ ਆਉਣ ਵਾਲੀਆਂ ਆਲਮੋਸਟ ਸਾਰੀਆਂ ਹੀ ਭਾਸ਼ਾਵਾਂ ਨੂੰ ਉਹਨਾਂ ਦਾ ਅਲੱਗ ਸੂਬਾ ਮਿਲ ਜਾਂਦਾ ਹੈ, ਲੇਕਿਨ ਪੰਜਾਬੀ ਦੇ ਨਾਲ ਵਿਤਕਰਾ ਹੁੰਦਾ ਹੈ। ਪੰਜਾਬੀ ਭਾਸ਼ਾ ਤੇ ਬੇਸਡ ਸੂਬਾ ਬਹੁਤ ਵੱਡੇ ਸੰਘਰਸ਼ ਤੋਂ ਬਾਅਦ ਲੈਣਾ ਪੈਂਦਾ ਹੈ। ਇੱਥੋਂ ਹੀ ਸੰਘਰਸ਼ ਹੁੰਦਾ ਮਾਸਟਰ ਤਾਰਾ ਸਿੰਘ ਵੱਲੋਂ ਜਿਹੜੀ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ। ਸੋ ਮਾਸਟਰ ਤਾਰਾ ਸਿੰਘ ਟਰਸਟਡ ਪੰਡਿਤ ਨਹਿਰੂ ਐਂਡ ਜਿਹੜੀ ਸਿੱਖ ਆ, ਉਹ ਜਿਹੜੀ ਸਿੱਖ ਮੈਜੋਰਿਟੀ ਪੋਪੂਲੇਸ਼ਨ ਆ, ਉਹ ਸਾਰੀ ਇੰਡੀਆ ਦਾ ਹਿੱਸਾ ਬਣਦੀ ਹੈ। ਪਾਕਿਸਤਾਨ ਦਾ ਬਾਰਡਰ ਵਾਘਾ ਬਾਰਡਰ ਤੱਕ ਸੀਮਿਤ ਹੋ ਜਾਂਦਾ ਹੈ। ਲੇਕਿਨ 1947 ਤੋਂ ਬਾਅਦ ਪੰਡਿਤ ਨਹਿਰੂ ਨੇ ਇੱਕ ਤਰ੍ਹਾਂ ਨਾਲ ਇਸ ਚੀਜ਼ ਨੂੰ ਵਾਰ-ਵਾਰ ਪੋਰਟਰੇ ਕੀਤਾ ਜਾਂਦਾ ਹੈ ਕਿ ਧੋਖਾ ਕੀਤਾ ਸਿੱਖ ਕੌਮ ਦੇ ਨਾਲ। ਉਹ ਇੱਕ ਤਰ੍ਹਾਂ ਨਾਲ ਆਪਾਂ ਮੰਨ ਸਕਦੇ ਹਾਂ ਕਿ ਉਹ ਆਪਣੀ ਕੀਤੇ ਹੋਏ ਵਚਨਾਂ ਤੋਂ, ਪ੍ਰੋਮਿਸਿਸ ਤੋਂ ਮੁੱਕਰ ਗਏ ਸੀ। ਪੰਜਾਬੀ ਸੂਬਾ, ਜਿਹੜਾ ਪੰਜਾਬੀ ਬੋਲਦਾ ਸੂਬਾ, ਉਹ ਨਹੀਂ ਮਿਲਿਆ। ਨਾਲ ਹੀ ਮੈਂ ਤੇ ਐਡੀਸ਼ਨਲ ਥੋੜੀ ਜਿਹੀ ਨੌਲੇਜ ਜੋ ਪੰਜਾਬ ਦਾ ਉਸ ਟਾਈਮ ਦਾ ਸੋਸ਼ਲ ਮਾਹੌਲ ਸੀ 1947 ਦਾ, ਉਹ ਇਹ ਸੀ ਕਿ ਪੰਜਾਬ 'ਚ ਬਹੁਤ ਪ੍ਰਿੰਸਲੀ ਸਟੇਟ ਸੀਗੀਆਂ, ਛੋਟੇ-ਛੋਟੇ ਰਾਜ ਘਰਾਣੇ ਸੀਗੇ। ਛੋਟੇ-ਛੋਟੇ ਤਾਂ ਨਹੀਂ, ਖੈਰ ਉਹ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਹੋਣਗੇ ਡੈਫੀਨੇਟਲੀ, ਬਟ ਉਹ ਵੀ ਇੱਕ ਤਰ੍ਹਾਂ ਨਾਲ ਆਪਣਾ ਰਾਜ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗ ਗਏ ਸੀ। ਸੋ ਇੰਡੀਆ ਦਾ ਹਜੇ ਕਨਸਟੀਟਿਊਸ਼ਨ ਬਣ ਰਿਹਾ ਸੀ, ਉਹ ਬਾਅਦ ਵਿੱਚ ਰੈਡੀ ਹੋਇਆ, ਲੇਕਿਨ ਜਿਹੜੇ ਰਾਜ ਘਰਾਣੇ ਸੀ ਉਹ ਆਪਣਾ ਰਾਜ ਇਸਟੈਬਲਿਸ਼ ਕਰਨ ਦੀਆਂ ਕੋਸ਼ਿਸ਼ਾਂ ਸੀ। ਔਰ ਮਾਸਟਰ ਤਾਰਾ ਸਿੰਘ ਟਰੂਲੀ ਟਰਸਟਡ ਪੰਡਿਤ ਨਹਿਰੂ, ਔਰ ਉਹਨਾਂ ਨੂੰ ਉਮੀਦ ਸੀ ਕਿ ਸਿੱਖਾਂ ਨੂੰ ਇੱਕ ਆਪਣਾ ਸੂਬਾ, ਇੱਕ ਆਪਣਾ ਕਿੱਤਾ ਮਿਲੇਗਾ। ਪਰ ਫਿਰ ਇੱਥੇ ਗੱਲ ਆਉਂਦੀ ਹੈ ਕਿ ਕਨਸਟੀਟਿਊਸ਼ਨ ਬਣਦਾ, ਭਾਰਤ ਦਾ ਕਨਸਟੀਟਿਊਸ਼ਨ ਬਣਦਾ, ਜਿਹਦੇ ਵਿੱਚ ਸੈਕੂਲਰ ਸ਼ਬਦ ਆ ਜਾਂਦਾ ਹੈ ਕਿ ਟੋਟਲੀ ਸੈਕੂਲਰ, ਧਰਮ ਨਿਰਪੱਖ। ਸੋ ਕਨਸਟੀਟਿਊਸ਼ਨ ਬਣਨ ਤੋਂ ਬਾਅਦ ਜਿਹੜਾ ਉਹ ਮਾਸਟਰ ਤਾਰਾ ਸਿੰਘ ਨੂੰ ਪ੍ਰੋਮਿਸ ਕੀਤਾ ਗਿਆ ਸੀ, ਜੋ ਉਹਨਾਂ ਦੀ ਉਮੀਦ ਸੀ ਕਿ ਇੱਕ ਸਿੱਖ ਸੂਬਾ ਬਣੇਗਾ, ਉਹ ਸਿੱਖ ਸੂਬੇ ਦਾ ਸੁਪਨਾ ਖਤਮ ਹੋ ਜਾਂਦਾ ਹੈ। ਪੰਡਿਤ ਨਹਿਰੂ ਵੱਲੋਂ ਇਸ ਪ੍ਰੋਜੈਕਟ ਨੂੰ ਇੱਕ ਤਰ੍ਹਾਂ ਨਾਲ ਟੋਟਲੀ ਪੰਜਾਬੀ 'ਚ ਕਹੀਏ ਤਾਂ ਮੁੱਕਰ ਜਾਂਦੇ ਆ ਕਿ ਇੰਡੀਆ ਇੱਕ ਸੈਕੂਲਰ ਕੰਟਰੀ ਆ, ਸੋ ਸਿੱਖਾਂ ਨੂੰ ਮਤਲਬ ਧਰਮ ਤੇ ਆਧਾਰਿਤ ਸੂਬਾ ਇਹ ਸਾਡਾ ਕਨਸਟੀਟਿਊਸ਼ਨ ਅਲਾਉ ਨਹੀਂ ਕਰਦਾ, ਇਹ ਨਹੀਂ ਹੋ ਸਕਦਾ। ਸੋ ਬਹੁਤ ਦੇਰ ਟਾਲਮ ਟੋਲ ਚੱਲਦਾ ਹੈ ਔਰ ਉਸ ਤੋਂ ਬਾਅਦ 1948 ਦੇ ਵਿੱਚ ਮਾਸਟਰ ਤਾਰਾ ਸਿੰਘ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮਿਲਦੇ ਆ, ਉਹਨਾਂ ਦੇ ਨਾਲ ਮੁਲਾਕਾਤ ਕਰਦੇ ਆ। ਮਾਸਟਰ ਤਾਰਾ ਸਿੰਘ ਦੇ ਨਾਲ 3 ਮੈਂਬਰ ਹੋਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਗਿਆਨੀ ਕਰਤਾਰ ਸਿੰਘ, ਹਰਚਰਨ ਸਿੰਘ, ਭੁਪਿੰਦਰ ਸਿੰਘ, ਜਿਹੜੇ ਜਾ ਕੇ ਡਾਕਟਰ ਅੰਬੇਦਕਰ ਨੂੰ ਕਹਿੰਦੇ ਨੇ ਕਿ ਸਾਨੂੰ ਸੂਬਾ ਚਾਹੀਦਾ। ਸੋ ਡਾਕਟਰ ਅੰਬੇਦਕਰ ਇੱਥੇ ਇੱਕ
ਆਈਡੀਆ ਦਿੰਦੇ ਨੇ। ਦੱਸਿਆ ਜਾਂਦਾ ਕਿ ਆਈਡੀਆ ਡਾਕਟਰ ਅੰਬੇਦਕਰ ਤੋਂ ਇਮਰਜ ਹੋਇਆ। ਉਹਨਾਂ ਨੇ ਕਿਹਾ ਵੀ ਤੁਹਾਨੂੰ ਸਿੱਖੀ ਤੇ ਬੇਸਡ ਇੱਕ ਸੂਬਾ ਨਹੀਂ ਮਿਲ ਸਕਦਾ ਬਿਕੋਜ਼ ਆਫ ਦ ਕਨਸਟੀਟਿਊਸ਼ਨ ਆਫ ਇੰਡੀਆ, ਰਾਦਰ ਤੁਸੀਂ ਇੱਕ ਆਪਣੀ ਭਾਸ਼ਾ ਤੇ ਆਧਾਰਿਤ ਸੂਬਾ ਹੀ ਮੰਗੋ। ਉਹ ਤੁਹਾਨੂੰ ਡੈਫੀਨੇਟਲੀ ਤੁਹਾਡਾ ਹੱਕ ਬਣਦਾ, ਤੁਹਾਨੂੰ ਮਿਲਣਾ ਚਾਹੀਦਾ, ਇੱਕ ਜਾਇਜ਼ ਮੰਗ ਹੈ। ਸੋ ਡਾਕਟਰ ਅੰਬੇਦਕਰ ਦੀ ਇਸ ਮੀਟਿੰਗ ਤੋਂ ਬਾਅਦ ਪੰਜਾਬੀ ਸੂਬਾ ਮੂਵਮੈਂਟ ਇੱਕ ਤਰ੍ਹਾਂ ਨਾਲ ਇਹਦੇ ਵਿੱਚ ਜਿਹੜਾ ਉਹ ਪੰਜਾਬੀ ਤੇ ਬੇਸ ਆ ਗਿਆ। ਪਹਿਲਾਂ ਜਿਹੜੀ ਡਿਮਾਂਡ ਸੀ, ਜਿਹੜੀਆਂ ਸਿੱਖ ਲੀਡਰਸ਼ਿਪ ਸੀ ਉਹਨਾਂ ਦੀ ਸੀ ਕਿ ਸਾਨੂੰ ਇੱਕ ਭਾਸ਼ਾ ਤੇ ਸਾਨੂੰ ਸਿੱਖੀ ਤੇ ਆਧਾਰਿਤ ਹੀ ਸੂਬਾ ਚਾਹੀਦਾ, ਜਿਹੜਾ ਸਿੱਖਾਂ ਦਾ ਅਲੱਗ ਹੋਮਲੈਂਡ ਹੋਵੇ, ਸਿੱਖਾਂ ਦਾ ਹੀ ਸਿਰਫ ਉੱਥੇ ਰਾਜ ਹੋਵੇ। ਕਿਉਂਕਿ ਜਿਹੜਾ ਸਿੱਖ ਪੰਥ ਹੈ ਉਹ ਇੱਕ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਚੱਲਦਾ। ਉਹਨਾਂ ਦਾ ਬਿਲੀਵ ਹੈ ਜਿਸ ਸਿਧਾਂਤ ਦਾ ਕਿ ਪੋਲਿਟਿਕਸ ਐਂਡ ਪੰਥ ਵਿਲ ਗੋ ਸਾਈਡ ਬਾਈ ਸਾਈਡ, ਇਹਨਾਂ ਨੂੰ ਅਲੱਗ ਕਰਕੇ ਨਿਤਾੜ ਕੇ ਨਹੀਂ ਦੇਖਿਆ ਜਾਂਦਾ। ਵੰਡ ਹੋਣ ਤੋਂ ਬਾਅਦ ਜਿਹੜਾ ਪੰਜਾਬ ਬਣਦਾ ਹੈ 1947 ਦੇ ਵਿੱਚ, ਉਹਦੇ ਵਿੱਚ ਪੂਰਾ ਹਰਿਆਣਾ ਸ਼ਾਮਿਲ ਹੁੰਦਾ ਹੈ, ਪਲੱਸ ਹਿਮਾਚਲ ਪ੍ਰਦੇਸ਼ ਦੇ ਵੀ ਕੁਝ ਹਿੱਸੇ ਸ਼ਾਮਿਲ ਹੁੰਦੇ ਆ। ਜਿਹੜਾ ਹਰਿਆਣਾ ਆ ਇਹਨੂੰ ਵੀ ਅਗਰ ਆਪਾਂ ਪੰਜਾਬੀ ਸੂਬਾ ਮੂਵਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਹਰਿਆਣਾ ਨੂੰ ਭੁੱਲ ਨਹੀਂ ਸਕਦੇ। ਉਹਨਾਂ ਨੂੰ ਉਸ ਹਰਿਆਣਾ ਨੂੰ ਪਿੱਛੇ ਨਹੀਂ ਰੱਖਿਆ ਜਾ ਸਕਦਾ ਜਿਹੜਾ 1966 ਦੇ ਵਿੱਚ ਹਰਿਆਣਾ ਬਣਿਆ। ਹਰਿਆਣਾ ਦਾ ਮੈਕਸਿਮਮ ਜੋ ਹਿੱਸਾ ਸੀ ਹਿੰਦੀ ਬੋਲਦਾ ਏਰੀਆ ਸੀ, ਉਹ 1857 ਦੇ ਵਿੱਚ ਜਦੋਂ ਬ੍ਰਿਟਿਸ਼ ਰਾਜ ਸੀ ਉਸ ਟਾਈਮ 1857 ਦਾ ਜਿਹੜਾ ਵਿਦਰੋਹ ਹੋਇਆ ਸੀ, ਕ੍ਰਾਂਤੀ ਆਈ ਸੀ, ਉਸ ਤੋਂ ਬਾਅਦ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਅਗਲੇ ਸਾਲ ਯੂਪੀ ਦਾ ਕੁਝ ਹਿੱਸਾ ਤੋੜ ਕੇ ਉਹਨੂੰ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਸੀ ਔਰ ਉਹ ਹਿੱਸਾ ਸੀ ਹਰਿਆਣਾ। ਉਹਦੀ ਵੀ ਬਾਅਦ ਵਿੱਚ ਇਨ ਦਾ ਸੈਂਸ ਵੀ 1920 ਔਰ ਅਰਲੀ 20th ਸੈਂਚੁਰੀ ਜਦੋਂ ਬ੍ਰਿਟਿਸ਼ਰਸ ਦਾ ਰਾਜ ਸੀ ਉਸ ਟਾਈਮ ਵੀ ਇਹ ਮੰਗ ਵਾਰ-ਵਾਰ ਉੱਠਦੀ ਸੀ ਕਿ ਸਾਨੂੰ ਜਿਹੜਾ ਹਰਿਆਣਾ ਆ ਉਹ ਅਲੱਗ ਸੂਬਾ ਬਣਾ ਕੇ ਦਿਓ। ਸੋ ਆਪਾਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਵੀ ਅਗਰ ਇੱਕ ਪਾਸੇ ਸਿੱਖਾਂ ਦੀ ਮੰਗ ਸੀ ਕਿ ਸਿੱਖ ਹੋਮਲੈਂਡ ਚਾਹੀਦਾ ਤਾਂ ਦੂਜੇ ਪਾਸੇ ਜਿਹੜਾ ਉਹ ਹਰਿਆਣਾ ਸੀ ਉਹਦੀ ਵੀ ਮੰਗ ਸੀ ਕਿ ਸਾਨੂੰ ਇੱਕ ਅਲੱਗ ਹਿੰਦੀ ਬੋਲਦਾ ਜਿਹੜਾ ਏਰੀਆ ਯੂਪੀ ਦੇ ਨਾਲੋਂ ਪਹਿਲਾਂ ਤੋੜਿਆ ਸੀ ਗੋਰਿਆਂ ਨੇ, ਉਹਨੂੰ ਵਾਪਿਸ ਸਾਨੂੰ ਦਿੱਤਾ ਜਾਵੇ। ਸਭ ਤੋਂ ਪਹਿਲਾਂ 1907 ਦੇ ਵਿੱਚ ਲਾਲਾ ਲਾਜਪਤ ਰਾਏ ਐਂਡ ਅਰੁਣਾ ਆਸਿਫ ਅਲੀ, ਜਿਨ੍ਹਾਂ ਨੂੰ ਬਾਅਦ ਵਿੱਚ ਭਾਰਤ ਰਤਨ ਵੀ ਮਿਲਦਾ ਆ, ਉਹ ਇੱਕ ਹਰਿਆਣਾ ਸੂਬੇ ਦੀ ਡਿਮਾਂਡ ਕਰਦੇ ਆ 1907 ਦੇ ਵਿੱਚ ਹੀ। ਹਰਿਆਣਾ ਸੂਬੇ ਦੀ ਗੱਲ ਬਹੁਤ ਵਾਰੀ ਉੱਠੀ 1932 ਦੇ ਵਿੱਚ ਵੀ, ਦੀਨ ਬੰਧੂ, ਬਾਅਦ ਵਿੱਚ ਜੋ ਆਜ਼ਾਦ ਭਾਰਤ ਦੇ ਵਿੱਚ ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਸੀ, ਉਸੇ ਤਰ੍ਹਾਂ ਅੱਗੇ ਜਾ ਕੇ ਇਮਰਜ ਹੁੰਦੇ ਆ ਚੌਧਰੀ ਦੇਵੀ ਲਾਲ, ਜਿਹੜੇ ਕਿ ਹਰਿਆਣੇ ਸੂਬੇ ਦੀ ਗੱਲ ਕਰਦੇ ਆ ਕਿ ਸਾਨੂੰ ਹਰਿਆਣਾ ਚਾਹੀਦਾ। ਸੋ ਜਿਹੜਾ ਪੰਜਾਬ ਸੀ ਉਹਦੇ ਵਿੱਚ ਦੀ ਜਿਹੜੀ ਪੋਪੂਲੇਸ਼ਨ ਸੀ ਉਹ ਆਲਰੇਡੀ ਇੱਕ ਅਲੱਗ-ਅਲੱਗ ਧੜਿਆਂ ਦੇ ਵਿੱਚ ਵੰਡੀ ਹੋਈ ਸੀ, ਜਿਨ੍ਹਾਂ ਦੇ ਲੀਡਰ ਸੀ ਜਿਹੜੇ ਉਹ ਲੀਡਰ ਡਿਮਾਂਡ ਕਰਦੇ ਸੀ ਕਿ ਇਸ ਪੋਪੂਲੇਸ਼ਨ ਦਾ ਅਲੱਗ ਕੀਤਾ ਹੋਣਾ ਚਾਹੀਦਾ ਤੇ ਦੂਸਰੀ ਪੋਪੂਲੇਸ਼ਨ ਦਾ ਅਲੱਗ ਕੀਤਾ ਹੋਣਾ ਚਾਹੀਦਾ। 1947 ਦੇ ਵਿੱਚ ਅਸੈਂਬਲੀ ਬਣਦੀ ਆ, ਉਹਦੇ ਵਿੱਚ ਉਹੀ ਲੋਕ ਸ਼ਾਮਿਲ ਹੁੰਦੇ ਨੇ ਜਿਹੜੇ ਜਦੋਂ ਟੂਗੈਦਰ ਹੁੰਦਾ ਸੀ ਪੰਜਾਬ ਉਸ ਅਸੈਂਬਲੀ ਦੇ ਵਿੱਚ 1946 ਵਾਲੀ ਚ ਹੁੰਦੇ ਨੇ, ਉਹਨਾਂ ਨੂੰ ਹੀ ਕੈਰੀ ਫਾਰਵਰਡ ਕੀਤਾ ਜਾਂਦਾ। ਸੋ ਜਿਹੜੀ ਇਹ ਸਰਕਾਰ ਬਣਦੀ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਮਾਸਟਰ ਤਾਰਾ ਸਿੰਘ ਸੀ, ਜਿਹੜਾ ਅਕਾਲੀ ਦਲ ਸੀ, ਉਹ ਵੀ ਕਾਂਗਰਸ ਦੇ ਨਾਲ ਸ਼ਾਮਿਲ ਹੋ ਕੇ ਹੀ ਸਰਕਾਰ ਬਣਾਉਂਦੇ ਆ। ਸੋ ਜਿਹੜੀ 1952 ਦੇ ਵਿੱਚ ਅਗਲੇ ਇਲੈਕਸ਼ਨ ਹੁੰਦੇ ਆ ਪੰਜਾਬ ਦੇ, ਜਿਹੜੇ ਪਹਿਲੇ ਇਲੈਕਸ਼ਨ ਹੁੰਦੇ ਆ ਲੋਕਤੰਤਰੀ ਢੰਗ ਦੇ ਨਾਲ, ਉਹਨਾਂ ਇਲੈਕਸ਼ਨਾਂ ਤੱਕ ਇੱਕ ਤਰ੍ਹਾਂ ਨਾਲ ਪੰਜਾਬੀ ਸੂਬਾ ਮੂਵਮੈਂਟ ਜਿਹੜੀ ਸੀ ਉਹ ਇੰਨਾ ਜ਼ੋਰ ਨਹੀਂ ਪਕੜਿਆ ਹੁੰਦਾ, ਬਟ ਮੱਧਮ ਲੈਵਲ ਤੇ ਕਿਤੇ ਨਾ ਕਿਤੇ ਗੱਲਾਂ ਜਿਹੜੀਆਂ ਨੇ ਉਹ ਮਾਸਟਰ ਤਾਰਾ ਸਿੰਘ ਜੀ ਐਜ਼ ਅ ਲੀਡਰ ਕੰਟੀਨਿਊ ਰੱਖਦੇ, ਇਸ ਗੱਲ ਨੂੰ ਖਤਮ ਨਹੀਂ ਹੋਣ ਦਿੰਦੇ, ਇਸ ਡਿਬੇਟ ਨੂੰ ਟੁੱਟਣ ਨਹੀਂ ਦਿੰਦੇ ਕਿ ਪੰਜਾਬੀ ਸੂਬਾ ਭਾਸ਼ਾ ਤੇ ਆਧਾਰਿਤ ਬਣਨਾ ਚਾਹੀਦਾ ਹੈ। 1947-48 ਦੇ ਵਿੱਚ ਇੱਕ ਚੀਜ਼ ਹੋਰ ਵੀ ਬਹੁਤ ਮੰਦਭਾਗੀ ਹੁੰਦੀ ਹੈ, ਜਿਹਦੇ ਨਾਲ ਇੱਕ ਜਿਹੜੀ ਇਸ ਪੰਜਾਬੀ ਸੂਬਾ ਜਾਂ ਸਿੱਖਾਂ ਦੇ ਲਈ ਅਲੱਗ ਸੂਬਾ ਲੈਣ ਦੀ ਮੰਗ ਤੇਜ਼ ਹੁੰਦੀ ਆ। ਉਹ ਇਵੈਂਟ ਹੁੰਦੀ ਆ ਵੀ ਚੰਦੂ ਲਾਲ ਤ੍ਰਿਵੇਦੀ ਜਿਹੜੇ ਪੰਜਾਬ ਦੇ ਗਵਰਨਰ ਹੁੰਦੇ ਆ, ਉਹ ਇੱਕ ਅਫੀਸ਼ੀਅਲ ਸਟੇਟਮੈਂਟ ਪਾਸ ਕਰਦੇ ਆ ਸਾਰੇ ਡੀਸੀਜ਼ ਨੂੰ, ਡਿਪਟੀ ਕਮਿਸ਼ਨਰਸ ਨੂੰ ਅਫੀਸ਼ੀਅਲ ਸਟੇਟਮੈਂਟ ਪਾਸ ਕਰਦੇ ਆ, ਜਿਹਦੇ ਵਿੱਚ ਉਹ ਸਾਫ਼ ਸ਼ਬਦਾਂ 'ਚ ਲਿਖਿਆ ਹੁੰਦਾ ਹੈ ਕਿ ਜਿਹੜੇ ਸਿੱਖ ਨੇ ਉਹ ਇੱਕ ਕ੍ਰਿਮੀਨਲ ਕੌਮ ਆ, ਇੱਕ ਜ਼ਰਾਈਨ ਪੇਸ਼ਾ ਕੌਮ ਹੈ, ਜਿਨ੍ਹਾਂ ਦੀ ਟੈਂਡੈਂਸੀ ਆ ਉਹ ਕ੍ਰਿਮੀਨਲ ਕੰਮ ਕਰਦੇ ਨੇ। ਸੋ ਇੱਕ ਸਪੈਸ਼ਲ ਧਿਆਨ ਦੇਣ ਦੇ ਲਈ ਸੋ ਜਿਹੜੀ ਅਫੀਸ਼ੀਅਲ ਸਟੇਟਮੈਂਟ ਦੇ ਵਿੱਚ ਸਿੱਖਾਂ ਦੇ ਲਈ ਇਹ ਜੋ ਗੱਲ ਨਿਕਲ ਕੇ ਆਉਂਦੀ ਆ, ਸੋ ਇੱਕ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਰੋਸ ਪੈਦਾ ਕਰਦੀ ਆ। ਇੱਕ ਲੀਡਰਸ਼ਿਪ ਜਿਹੜੀ ਸਿੱਖ ਲੀਡਰਸ਼ਿਪ ਹੁੰਦੀ ਆ ਉਹਨੂੰ ਇੱਕ ਵਿਤਕਰਾ ਮੰਨਦੀ ਆ। ਪਲੱਸ ਨਾਲ ਹੀ ਜਿਵੇਂ ਕਿ ਜਲੰਧਰ MC ਹੋ ਗਿਆ, ਲੋਕਲ ਬਾਡੀ ਸੀ ਜਿਹੜੀ ਜਲੰਧਰ ਦੀ, ਉਹਨਾਂ ਵੱਲੋਂ ਜਿਹੜੀ ਪੰਜਾਬੀ ਭਾਸ਼ਾ ਸੀ ਉਸ ਭਾਸ਼ਾ ਨੂੰ ਇੱਕ ਤਰ੍ਹਾਂ ਨਾਲ ਨਕਾਰ ਦਿੱਤਾ ਗਿਆ ਸੀ ਕਿ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਜਲੰਧਰ ਦੇ ਵਿੱਚ ਇਹ ਭਾਸ਼ਾ ਯੂਜ਼ ਨਹੀਂ ਕੀਤੀ ਜਾਏਗੀ, ਸਿਰਫ ਔਰ ਸਿਰਫ ਹਿੰਦੀ ਦੇਵਨਾਗਰੀ ਲਿਪੀ ਵਰਤੀ ਜਾਏਗੀ। ਪੰਜਾਬੀ ਜਿਹੜੀ ਆ ਉਹਦੇ ਵਿੱਚ ਆਪਣਾ ਲਿਟਰੇਚਰ ਅੱਜ ਤੱਕ ਤੁਸੀਂ ਪੁਰਾਣੇ ਤੋਂ ਪੁਰਾਣਾ ਪੜ੍ਹੋ, ਪੰਜਾਬੀ ਦੇ ਵਿੱਚ ਲਿਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਹਰ ਇੱਕ ਚੀਜ਼, ਗੁਰੂ ਗ੍ਰੰਥ ਸਾਹਿਬ ਇਜ਼ ਅ ਮਿਕਸਚਰ ਆਫ ਮੈਨੀ ਲੈਂਗੁਏਜਸ,
ਬਟ ਜਿਹੜਾ ਮੇਨ ਸਕ੍ਰਿਪਟ ਜਿਹੜੀ ਸਿੱਖੀ ਦੇ ਵਿੱਚ ਮੰਨੀ ਜਾਂਦੀ ਸੀ ਉਹ ਗੁਰਮੁਖੀ ਲਿਪੀ ਸੀ, ਗੁਰਮੁਖੀ ਸਕ੍ਰਿਪਟ ਸੀ। ਸੋ ਜਿਹੜੀ ਇਸ ਚੀਜ਼ ਦੇ ਉੱਤੇ ਜਿਹੜੇ ਸਿੱਖ ਆ ਜਾਂ ਪੰਜਾਬੀ ਸਪੀਕਿੰਗ ਲੋਕ ਹੁੰਦੇ ਉਹ ਇੱਕ ਵਿਤਕਰਾ ਫੀਲ ਕਰਦੇ ਆ। ਉਸ ਤੋਂ ਬਾਅਦ ਨਾਲ ਹੀ ਸੈਂਟਰ ਵੱਲੋਂ ਇੱਕ ਰਿਜ਼ਰਵੇਸ਼ਨ ਕਮਿਸ਼ਨ ਦੇ ਵਿੱਚ ਜਦੋਂ ਜਿਹੜੇ ਸਿੱਖ ਕੌਮ ਦੇ ਵਿੱਚ ਜਿਹੜੇ ਸਿੱਖ ਸ਼ਡਿਊਲ ਕਾਸਟ ਲੋਕ ਹੁੰਦੇ ਆ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਦਿੱਤੀ ਜਾਂਦੀ। ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਧਰਮ 'ਚ ਦਲਿਤ ਚਲੇ ਗਏ ਉਹਨਾਂ ਨੂੰ ਉਹ ਅਨਟੱਚੇਬਿਲਟੀ ਨੂੰ ਬਲੀਵ ਨਹੀਂ ਕਰਦੇ, ਕਿਉਂਕਿ ਸਿੱਖ ਧਰਮ ਭੇਦਭਾਵ ਨਹੀਂ ਕਰਦਾ ਜਾਤ ਦੇ ਆਧਾਰਿਤ। ਸੋ ਇਸ ਕਰਕੇ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਦਿੱਤੀ ਜਾਂਦੀ। ਉਹ 1948-49 'ਚ ਹੀ ਮਾਸਟਰ ਤਾਰਾ ਸਿੰਘ ਜਾ ਕੇ ਇੱਕ ਜੱਥਾ ਲੈ ਕੇ ਜਾਂਦੇ ਨੇ, ਪ੍ਰੋਟੈਸਟ ਕਰਦੇ ਨੇ ਦਿੱਲੀ ਦੇ ਵਿੱਚ, ਔਰ 4 ਸਿੱਖ ਜਿਹੜੀਆਂ ਸਬ ਕਾਸਟਾਂ ਹੁੰਦੀਆਂ ਨੇ ਸ਼ਡਿਊਲ ਕਾਸਟਾਂ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਂਦੀ ਆ, ਬਟ ਸਾਰੇ ਸ਼ਡਿਊਲ ਕਾਸਟ ਨੂੰ ਨਹੀਂ। ਸੋ ਇਹ ਵੀ ਜਿਹੜਾ ਇੱਕ ਪ੍ਰੋਟੈਸਟ ਹੈ ਅੱਗੇ ਜਾ ਕੇ ਕੰਟੀਨਿਊ ਰਹਿੰਦਾ ਹੈ, ਔਰ ਬਾਅਦ ਵਿੱਚ ਜਿਹੜੀ ਸਾਰੇ ਸਿੱਖ ਸ਼ਡਿਊਲ ਕਾਸਟ ਹੁੰਦੀ ਆ ਉਹਨਾਂ ਨੂੰ ਰਿਜ਼ਰਵੇਸ਼ਨ ਕੋਟਾ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। 1949 ਦੇ ਵਿੱਚ ਸੱਚਰ ਫਾਰਮੂਲਾ ਆਂਦਾ। ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਭੀਮ ਸਿੰਘ ਸੱਚਰ ਆਪਣਾ ਇੱਕ ਫਾਰਮੂਲਾ ਦਿੰਦੇ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਪੰਜਾਬ 'ਚ ਦੋਨੋਂ ਭਾਸ਼ਾਵਾਂ ਲਾਈਕ ਜਿਹੜੇ ਹਿੰਦੀ ਆ ਉਹਦੇ ਹਿੰਦੀ ਦੇ ਅਲੱਗ ਜ਼ੋਨ ਹੋ ਜਾਏਗਾ, ਜਿਹੜੇ ਸਿੱਖ ਆ ਪੰਜਾਬੀ ਦਾ ਅਲੱਗ ਜ਼ੋਨ ਹੋ ਜਾਏਗਾ ਜਿੱਥੇ ਜ਼ਿਆਦਾ ਸਿੱਖ ਮੈਜੋਰਿਟੀ ਸੀ, ਔਰ ਜਿਹੜੀ ਹਿੰਦੀ ਸੀ ਉੱਥੇ ਹਿੰਦੂ ਮੈਜੋਰਿਟੀ ਸੀ। ਇਸ ਫਾਰਮੂਲੇ ਦੇ ਨਾਲ ਮੋਸਟਲੀ ਲੋਕ ਸਹਿਮਤ ਹੋ ਜਾਂਦੇ ਆ, ਜਿਹੜੇ ਅਕਾਲੀ ਲੀਡਰ ਹੁੰਦੇ ਆ ਜਿਵੇਂ ਹੁਕਮ ਸਿੰਘ ਜੀ ਹੋ ਗਏ, ਲੇਕਿਨ ਮਾਸਟਰ ਤਾਰਾ ਸਿੰਘ ਜੀ ਸੱਚਰ ਫਾਰਮੂਲਾ ਦੇ ਨਾਲ ਸਹਿਮਤ ਨਹੀਂ ਹੁੰਦੇ। ਉਹਨਾਂ ਦਾ ਅਲਟੀਮੇਟਲੀ ਇਹੀ ਕਹਿਣਾ ਹੁੰਦਾ ਹੈ ਕਿ ਜਿਹੜਾ ਪੰਜਾਬ ਆ ਉਹਨੂੰ ਇੱਕ ਭਾਸ਼ਾ ਵਾਲਾ ਪੰਜਾਬੀ ਭਾਸ਼ਾ ਵਾਲਾ ਸੂਬਾ ਹੋਣਾ ਚਾਹੀਦਾ ਹੈ। ਸੋ 1950 ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪਹਿਲੀ ਵਾਰੀ ਅਕਾਲੀ ਦਲ ਵੱਲੋਂ ਮਤਾ ਪਾਸ ਹੁੰਦਾ ਹੈ ਜਿਹਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਆਫੀਸ਼ੀਅਲ ਤੌਰ ਤੇ ਡਾਕੂਮੈਂਟ ਤੌਰ ਤੇ ਸਾਹਮਣੇ ਲਿਆਇਆ ਜਾਂਦਾ ਹੈ ਕਿ ਜਦੋਂ ਇੱਕ ਪਾਸੇ ਮਾਸਟਰ ਤਾਰਾ ਸਿੰਘ ਲਿਖਤੀ ਰੂਪ ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਕਰਦੇ ਨੇ, ਮਤਾ ਪੈਂਦਾ ਹੈ, ਦੂਸਰੀ ਤਰਫ ਜਿਹੜੀ ਹਿੰਦੀ ਸੰਗਠਨ ਹੁੰਦੇ ਨੇ, ਜਿਹੜੇ ਹਿੰਦੂ ਆਧਾਰਿਤ ਸੰਗਠਨ ਹੁੰਦੇ ਨੇ ਜਿਵੇਂ ਜਨ ਸੰਘ ਜਿਹੜਾ ਬਾਅਦ ਵਿੱਚ ਬੀਜੇਪੀ ਬਣਦਾ ਹੈ, ਹਿੰਦੂ ਮਹਾਸਭਾ ਔਰ ਆਰਿਆ ਸਮਾਜੀ, ਉਹ ਵੀ ਇੱਕ ਆਪਣੀ ਅਲੱਗ ਮੂਵਮੈਂਟ ਹਿੰਦੀ ਭਾਸ਼ਾ ਦੇ ਪ੍ਰਚਾਰ ਦੇ ਲਈ ਕਰ ਦਿੰਦੇ ਨੇ। ਇਸ ਸਮੇਂ ਤੱਕ ਉਹਨਾਂ ਦੀ ਮੰਗ ਸਿਰਫ ਇੰਨੀ ਕੀ ਹੁੰਦੀ ਹੈ ਕਿ ਜਿਹੜਾ ਪੰਜਾਬ ਆ ਉਹ ਇੱਕ ਹਿੰਦੀ ਬੋਲਦਾ ਸੂਬਾ ਹੀ ਰਹਿਣਾ ਚਾਹੀਦਾ ਆ, ਪੰਜਾਬੀ ਸੂਬਾ ਪੰਜਾਬੀ ਭਾਸ਼ਾ ਦੇ ਆਧਾਰਿਤ ਸੂਬਾ ਨਹੀਂ ਹੋਣਾ ਚਾਹੀਦਾ। ਹਿੰਦੀ ਨੂੰ ਪ੍ਰਮੋਟ ਕਰਨ ਦੇ ਲਈ ਉਹ ਵੀ ਆਪਣੀਆਂ ਐਕਟੀਵਿਟੀਜ਼ ਨੂੰ ਤੇਜ਼ ਕਰ ਦਿੰਦੇ ਆ। ਸੋ ਦੋ ਸੰਗਠਨ ਹੋ ਜਾਂਦੇ ਆ ਪੰਜਾਬ ਦੇ ਵਿੱਚ, ਇੱਕ ਹੁੰਦੇ ਹਿੰਦੀ ਨੂੰ ਸਪੋਰਟ ਕਰਨ ਵਾਲੇ, ਦੂਸਰੇ ਹੁੰਦੇ ਪੰਜਾਬੀ ਨੂੰ ਸਪੋਰਟ ਕਰਨ ਵਾਲੇ। ਹੁਣ ਇਸ ਸਮੇਂ ਤੱਕ ਦੀ 1951 ਤੱਕ ਦੀ ਇਸ ਸਾਰੀ ਸਿਚੁਏਸ਼ਨ ਨੂੰ ਸਮਝਣ ਲਈ ਆਪਾਂ ਨੂੰ ਇਹਦੇ ਵਿੱਚ ਪੋਲਿਟਿਕਸ ਨੂੰ ਵੀ ਸਮਝਣਾ ਪਏਗਾ। ਅਕਾਲੀ ਦਲ ਜਿਹੜਾ ਹੁੰਦਾ ਉਹ ਕਾਂਗਰਸ ਦੇ ਨਾਲ ਮਿਲ ਕੇ 1947 ਦੀ ਸਰਕਾਰ ਦੇ ਵਿੱਚ ਹੁੰਦਾ ਹੈ। ਚਾਹੇ ਉਹ ਜਿਹੜੀ ਸਰਕਾਰ ਹੈ ਲੋਕਾਂ ਵੱਲੋਂ ਇੱਕ ਤਰ੍ਹਾਂ ਨਾਲ ਆਜ਼ਾਦ ਭਾਰਤ ਦੇ ਵਿੱਚ ਵੋਟਾਂ ਨਾਲ ਚੁਣੀ ਹੋਈ ਸਰਕਾਰ ਨਹੀਂ ਹੁੰਦੀ, ਪਰ ਉਹਦੇ ਵਿੱਚ ਅਕਾਲੀ ਦਲ ਔਰ ਕਾਂਗਰਸ ਇਕੱਠੇ ਹੁੰਦੇ, ਇੱਕ ਤਰ੍ਹਾਂ ਨਾਲ ਅਲਾਈਅੰਸ ਬਣਾ ਕੇ ਸਰਕਾਰ ਬਣਾਉਂਦੇ ਆ, ਸਰਕਾਰ ਅਲਾਈਅੰਸ ਨਾਲ ਚੱਲਦੀ ਹੁੰਦੀ ਹੈ। ਸੋ ਇਸ ਸਮੇਂ ਦੇ ਡਿਊਰਿੰਗ ਵੀ ਸਰਕਾਰ ਦੇ ਵਿੱਚ ਜਿਹੜੇ ਅਕਾਲੀ ਲੀਡਰਸ ਹੁੰਦੇ ਆ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਇਗਨੋਰ ਫੀਲ ਕਰਦੇ ਆ। ਸੋ ਜਿਹੜੀ ਉਹ ਇਗਨੋਰੈਂਸ ਵਾਲੀ ਫੀਲਿੰਗ ਸੀ, ਅਗਰ ਆਪਾਂ ਪਹਿਲੇ 5 ਸਾਲ ਦੇਖੀਏ ਪੰਜਾਬ ਦੀ 1947 ਤੋਂ ਲੈ ਕੇ 1951 ਤੱਕ ਦਾ ਸਮਾਂ ਦੇਖੀਏ ਤਾਂ ਇਹਦੇ ਵਿੱਚ ਜਿਹੜੀ ਕਾਂਗਰਸ ਸੀ ਉਹਦੀ ਆਪਣੀ ਹੀ ਧੜੇਬਾਜ਼ੀ ਸੀ। ਆਪਣੀ ਹੀ ਧੜੇਬਾਜ਼ੀ ਕਰਕੇ 2 ਜਾਂ 3 ਚੀਫ ਮਿਨਿਸਟਰ, 3 ਮੁੱਖ ਮੰਤਰੀ ਬਦਲੇ ਗਏ ਔਰ ਪ੍ਰੈਜ਼ੀਡੈਂਟ ਰੂਲ ਲਾਇਆ ਗਿਆ। ਸੋ ਜਿਹੜੀ ਇਹ ਜੋ ਚੀਜ਼ ਸੀ ਕਾਂਗਰਸ ਦੀ ਆਪਣੀ ਧੜੇਬਾਜ਼ੀ ਵੀ, ਉਹਦੇ ਵਿੱਚ ਵੀ ਜਿਹੜੀ ਅਕਾਲੀ ਦਲ ਸੀ, ਉਹਨਾਂ ਦੇ ਲਈ ਕਾਂਗਰਸ ਦੀ ਉਸ ਡੋਮੀਨੈਂਸ ਦੇ ਵਿੱਚ ਆਪਣੀ ਆਈਡੈਂਟੀਟੀ ਨੂੰ ਬਚਾ ਕੇ ਰੱਖਣਾ, ਆਪਣੀ ਆਈਡੈਂਟੀਟੀ ਨੂੰ ਹੋਰ ਬਣਾਉਣਾ, ਨਿਖਾਰ ਕੇ ਅੱਗੇ ਲੈ ਕੇ ਆਉਣਾ, ਉਸ ਚੀਜ਼ ਦੇ ਲਈ ਅਕਾਲੀ ਦਲ ਜਿਹੜਾ ਸੀ ਉਹ ਡੈਫੀਨਿਟਲੀ ਇਨਸਿਕਿਉਰ ਫੀਲ ਕਰਦਾ ਹੋਏਗਾ, ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਸ਼ੁਰੂਆਤ ਵਾਲੇ ਲਗਭਗ 30 ਸਾਲਾਂ ਤੱਕ, 3 ਦਹਾਕਿਆਂ ਤੱਕ ਬਹੁਤ ਡੋਮੀਨੈਂਟ ਪਾਰਟੀ ਸੀ। ਔਰ ਕਾਂਗਰਸ ਪਾਰਟੀ ਜਿਹੜੀ ਸੀ ਉਹ ਹਮੇਸ਼ਾ ਤੋਂ ਹੀ, ਚਾਹੇ ਆਪਾਂ ਨੂੰ ਸੈਕੂਲਰ ਲੱਗਦੀ ਹੋਵੇ, ਕਹਿਣ ਨੂੰ ਉਹ ਕਹਿੰਦੇ ਨੇ ਕਿ ਅਸੀਂ ਸੈਕੂਲਰ ਆ, ਬਟ ਉਸ ਸਮੇਂ ਦੇ ਜਿਹੜਾ ਡਾਟਾ ਦਿਖਾਉਂਦਾ ਹੈ ਕਿ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਉਹ ਇੱਕ ਹਿੰਦੂ ਪਾਰਟੀ ਸੀ ਜਿਹਦੇ ਵਿੱਚ ਹਿੰਦੂ ਲੋਕਾਂ ਦੀ ਮੈਜੋਰਿਟੀ ਸੀ, ਬਹੁਤਾਤ ਸੀ, ਔਰ ਕਾਂਗਰਸ ਸੌਫਟ ਹਿੰਦੂਤਵਾ ਦਾ ਏਜੰਡਾ ਖੇਡਦੀ ਸੀ। ਸੋ ਜਿਹੜੀ ਉਹ ਇਨਸਿਕਿਉਰਿਟੀ ਸੀ, ਜਿਹੜੀ ਉਹ ਆਈਡੈਂਟੀਟੀ ਆਪਣੀ ਲੱਭਣ ਵਾਲੀ ਗੱਲ ਸੀ, ਉਹ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਲਈ ਇਹੀ ਕਾਰਨ ਸੀ। 1951 ਦੇ ਔਰ 52 ਦੇ ਜਦੋਂ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਅਕਾਲੀ ਦਲ ਕਾਂਗਰਸ ਦਾ ਸਾਥ ਛੱਡ ਕੇ ਇੱਕ ਅਲੱਗ ਧੜਾ ਬਣ ਜਾਂਦਾ ਹੈ। ਸੋ ਜਦੋਂ ਕੋਈ ਪੋਲੀਟੀਕਲ ਪਾਰਟੀ ਅਲੱਗ ਧੜਾ ਬਣਦੀ ਹੈ, ਬਿਲਕੁਲ ਅਲੱਗ ਆ ਜਾਂਦੀ ਹੈ, ਜਿੱਦਾਂ ਕਾਂਗਰਸ ਤੋਂ ਟੁੱਟ ਕੇ ਆਏ, ਤਾਂ ਉਹਨਾਂ ਨੂੰ ਇੱਕ ਬਹੁਤ ਵੱਡੀ ਸਪੋਰਟ ਸੀ ਉਹਨਾਂ ਦੀ ਆਈਡੈਂਟੀਟੀ। ਪੰਜਾਬ ਦੇ ਵਿੱਚ ਧਰਮ ਕਾਸਟ ਦੀ ਲੜਾਈ ਜਿਹੜੀ ਆ, ਇਹ ਪੋਲਿਟਿਕਸ ਦੇ ਵਿੱਚ ਇਹਨੂੰ ਆਪਾਂ ਅਲੱਗ ਕਰਕੇ ਨਹੀਂ ਦੇਖ ਸਕਦੇ। ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਆਧਾਰਿਤ ਹੈ ਧਰਮ ਤੇ
ਔਰ ਜਾਤ ਦੇ ਉੱਤੇ। ਅਕਾਲੀ ਦਲ ਆਲਵੇਜ਼ ਸਿੱਖ ਪੰਥ ਦੀ ਰਾਜਨੀਤੀ ਕਰਦੇ ਸੀ, ਉਹਨਾਂ ਦੀ ਪੰਥ ਔਰ ਰਾਜਨੀਤੀ ਦੋਨੋਂ ਨਾਲ ਚੱਲਦੀਆਂ ਸੀ। ਨਾਲ ਹੀ ਐਸਜੀਪੀਸੀ ਦੇ ਇਲੈਕਸ਼ਨਸ ਜਿਹੜੇ ਪਿਓਰਲੀ ਸਿੱਖ ਧਰਮ ਦੇ ਨਾਲ ਐਸੋਸੀਏਟਡ ਆ, ਓਨਲੀ ਐਂਡ ਓਨਲੀ। ਨਾਲ ਹੀ ਅਕਾਲੀ ਦਲ, ਉਹ ਦੋਨਾਂ ਦਾ ਸੇਮ ਹੀ ਏਜੰਡਾ ਸੀ, ਸੇਮ ਹੀ ਪ੍ਰਾਵਧਾਨ ਸੀ ਉਹਨਾਂ ਦੇ। ਨਾਲ ਹੀ ਜਿਵੇਂ ਪੰਜਾਬ ਦੇ ਵਿੱਚ ਡਾਕਟਰ ਅੰਬੇਦਕਰ ਦੀ ਪਾਰਟੀ ਸੀ, ਜਿਹੜੀ ਦਲਿਤ ਲੋਕਾਂ ਦੇ ਵੋਟ ਬੈਂਕ ਦੇ ਉੱਤੇ ਆਪਾਂ ਕਹਿ ਲਈਏ, ਜਾਂ ਦਲਿਤ ਉਹੀ ਕਿਹਾ ਵੀ ਕਾਸਟ ਜਿਹੜੀ ਆ ਤੇ ਧਰਮ ਔਰ ਰਾਜਨੀਤੀ ਤੋਂ ਅਲੱਗ ਨਹੀਂ ਹੈ। ਚਾਹੇ ਕਹਿਣ ਨੂੰ ਆਪਾਂ ਸੈਕੂਲਰ ਕਹਿ ਦਿੰਦੇ ਆਪਣੀ ਸਟੇਟ ਨੂੰ, ਸਟੇਟ ਸੈਕੂਲਰ ਹੋਏਗੀ, ਗਵਰਨਮੈਂਟ ਦਾ ਕੋਈ ਧਰਮ ਨਹੀਂ ਹੋਏਗਾ ਜਿਹੜੇ ਚੁਣ ਕੇ ਆਉਂਦੇ ਨੇ, ਪਰ ਜਿਹੜੇ ਚੁਣਨ ਦਾ ਪ੍ਰੋਸੈਸ ਆ ਉਹਦੇ ਵਿੱਚ ਧਰਮ ਔਰ ਜਾਤ ਦਾ ਬਹੁਤ ਵੱਡਾ ਰੋਲ ਹੈ। ਨਾਲ ਹੀ ਦਲਿਤ ਦੀ ਪਾਰਟੀ ਸੀ, ਜਿਹੜੀ ਰਿਪਬਲਿਕਨ ਪਾਰਟੀ ਸੀ ਉਹ ਵੀ ਸੀ, ਨਾਲ ਹੀ ਸੁਤੰਤਰ ਪਾਰਟੀ ਸੀ, ਨਾਲ ਹੀ ਜਿਹੜੇ ਕਿਰਤੀ ਕਿਸਾਨ ਸੀਗੇ ਉਹਨਾਂ ਦੀ ਪਾਰਟੀ ਸੀ, ਕਮਿਊਨਿਸਟ ਪਾਰਟੀ ਵੀ ਪੰਜਾਬ ਦੇ ਵਿੱਚ ਸੀਗੀ, ਜਿਹੜੇ ਮਾਓ ਜ਼ੇਡੋਂਗ ਐਂਡ ਫਰਦਰ ਲੈਨਿਨ ਐਂਡ ਮਾਰਕਸਿਜ਼ਮ ਨੂੰ ਮੰਨਣ ਵਾਲਿਆਂ ਦੀ ਵੀ ਪਾਰਟੀ ਪੰਜਾਬ ਸੀ। ਲੇਕਿਨ ਜਿਹੜੀ ਅਕਾਲੀ ਦਲ ਸੀ, ਅਕਾਲੀ ਦਲ ਨੇ ਆਪਣਾ ਬੇਸ ਇਸਟੈਬਲਿਸ਼ ਕਰਨਾ ਸੀ। ਸੋ ਉਸ ਬੇਸ ਇਸਟੈਬਲਿਸ਼ ਕਰਨ ਦੇ ਲਈ ਜਿਹੜੀ ਆਈਡੈਂਟੀਟੀ ਸੀ, ਸਿੱਖ ਆਈਡੈਂਟੀਟੀ, ਜੋ ਉਸ ਸਮੇਂ ਦੇ ਪੰਜਾਬ ਦੇ ਵਿੱਚ ਮਾਈਨੋਰਿਟੀ ਸਟੇਟਸ ਦੇ ਵਿੱਚ ਸੀ। ਸੋ ਅਕਾਲੀ ਦਲ ਨੂੰ ਆਪਣੀ ਪੋਲਿਟਿਕਸ ਦੇ ਵਿੱਚ ਇਸਟੈਬਲਿਸ਼ ਹੋਣ ਦੇ ਲਈ ਜਿਹੜੀ ਸਿੱਖ ਮੈਜੋਰਿਟੀ ਸੂਬਾ ਬਣਾਉਣਾ ਬਹੁਤ ਜ਼ਰੂਰੀ ਸੀ, ਕਿਉਂਕਿ ਉਹਨਾਂ ਦੀ ਮੇਨ ਜਿਹੜੀ ਪਾਰਟੀ ਸੀ ਉਹ ਆਇਡੈਂਟੀਟੀ ਤੇ ਆਧਾਰਿਤ ਹੀ ਸੀ, ਉਹ ਸਿੱਖ ਬੇਸਡ ਸੀ। ਸੋ ਪੰਜਾਬ 1941 ਚ ਮੁਸਲਿਮ ਸੂਬਾ ਹੁੰਦਾ, ਮੁਸਲਿਮ ਬਹੁਤਾਤ ਵਾਲਾ ਸੂਬਾ ਹੁੰਦਾ। 1951 ਚ ਹਿੰਦੂ ਮੈਜੋਰਿਟੀ, 63% ਤੋਂ ਵੀ ਜ਼ਿਆਦਾ ਹਿੰਦੂ ਪੋਪੂਲੇਸ਼ਨ, ਔਰ ਸਿੱਖ ਪੋਪੂਲੇਸ਼ਨ ਸਿਰਫ ਜੋ ਬਾਕੀ ਦੇ ਬੱਚੇ 32, 34, 35% ਇੰਨੀ ਕੀ ਸੀ। ਔਰ ਉਸ ਤੋਂ ਬਾਅਦ ਜਿਹੜਾ ਇੱਕ ਬਹੁਤ ਲੰਬਾ ਸੰਘਰਸ਼ ਪੰਜਾਬੀ ਸੂਬੇ ਦਾ ਹੁੰਦਾ, ਔਰ ਅਲਟੀਮੇਟਲੀ 1971 ਦੇ ਵਿੱਚ ਆ ਕੇ ਇੱਕ ਸਿੱਖ ਮੈਜੋਰਿਟੀ ਸੂਬਾ ਬਣਦਾ, ਜਿੱਥੇ 64% ਪੋਪੂਲੇਸ਼ਨ ਜਿਹੜੀ ਉਹ ਸਿੱਖਸ ਦੀ ਹੁੰਦੀ ਹੈ। ਔਰ ਇਸੇ 71 ਤੋਂ ਬਾਅਦ ਹੀ ਆਪਾਂ ਦੇਖਦੇ ਹਾਂ ਕਿ ਅਕਾਲੀ ਦਲ ਜਿਹੜੀ ਆ ਉਹ ਇੱਕ ਆਪਣਾ ਬੇਸ ਬਹੁਤ ਮਜ਼ਬੂਤੀ ਦੇ ਨਾਲ ਕਾਂਗਰਸ ਨੂੰ ਟੱਕਰ ਦੇਣ ਵਾਲੀ ਪਾਰਟੀ ਬਣ ਕੇ ਉੱਭਰਦੀ ਹੈ। ਔਰ ਜਿਹੜੀਆਂ ਬਾਕੀ ਪਾਰਟੀਆਂ ਹੁੰਦੀਆਂ ਨੇ, ਜਿਵੇਂ ਰਿਪਬਲਿਕਨ ਪਾਰਟੀ, ਸ਼ੈਡਿਊਲ ਕਾਸਟ ਫੈਡਰੇਸ਼ਨ, CPI, CPM, ਇਹ ਸਾਰੀਆਂ ਇੱਕ ਤਰ੍ਹਾਂ ਨਾਲ ਟੁੱਟ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਜਾਂ ਉਹਨਾਂ ਦੇ ਅੱਗੇ ਟੁਕੜੇ ਬਣ ਜਾਂਦੇ ਨੇ, ਧੜੇ ਬਣ ਜਾਂਦੇ ਨੇ। BSP ਨਿਕਲਦੀ ਆ, ਉਸ ਤੋਂ ਬਾਅਦ ਜਿਹੜੀ CPI ਆ ਉਹ ਅੱਗੇ ਟੁੱਟ ਜਾਂਦੀ ਆ ਬਹੁਤ ਬੁਰੀ ਤਰ੍ਹਾਂ ਦੇ ਨਾਲ। ਔਰ ਅੱਜ ਕਮਿਊਨਿਸਟ ਪਾਰਟੀਆਂ ਦਾ ਕੋਈ ਵੀ ਪੰਜਾਬ 'ਚ ਸਟੈਂਡ ਨਹੀਂ ਬਚਿਆ। ਔਰ ਓਨਲੀ ਐਂਡ ਓਨਲੀ ਅਕਾਲੀ ਦਲ ਹੀ ਇੱਕ ਏਦਾਂ ਦੀ ਪਾਰਟੀ ਸੀ ਜਿਹੜੀ ਆਈਡੈਂਟੀਟੀ ਦੇ ਬੇਸਿਸ ਤੇ ਨਿਕਲ ਕੇ ਸਾਹਮਣੇ ਆਈ ਔਰ ਕਾਂਗਰਸ ਦੇ ਬਰਾਬਰ ਟੱਕਰ ਤੇ ਖੜੀ। 1949 ਦੇ ਸਚਲ ਫਾਰਮੂਲਾ ਆਉਣ ਤੋਂ ਬਾਅਦ ਜਦੋਂ ਇਹ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ ਦੋ ਭਾਸ਼ਾਵਾਂ ਚੱਲਣਗੀਆਂ, ਜਿਹੜਾ ਹਿੰਦੀ ਸਪੀਕਿੰਗ ਜ਼ੋਨ ਆ ਉੱਥੇ ਹਿੰਦੀ ਚੱਲੇਗੀ, ਔਰ ਜਿਹੜਾ ਪੰਜਾਬੀ ਸਪੀਕਿੰਗ ਜ਼ੋਨ ਆ ਉੱਥੇ ਪੰਜਾਬੀ ਚੱਲੇਗੀ। ਇਸੇ ਨਾਲ ਹੀ 1951 ਦੇ ਵਿੱਚ ਭਾਰਤ ਦੇ ਵਿੱਚ ਸੈਂਸਸ ਹੁੰਦਾ, ਪਹਿਲੀ ਵਾਰ ਸੈਂਸਸ ਹੁੰਦਾ ਆਜ਼ਾਦ ਭਾਰਤ ਦਾ। ਉਸ ਟਾਈਮ ਇੱਕ ਬਹੁਤ ਵੱਡੀ ਮੈਨੂਪੂਲੇਸ਼ਨ ਖੇਡੀ ਜਾਂਦੀ ਹੈ, ਜਿਹੜੇ ਹਿੰਦੀ ਸੰਗਠਨਸ ਹੁੰਦੇ ਆ, ਹਿੰਦੀ ਰਕਸ਼ਾ ਸਮਿਤੀ ਬਣ ਚੁੱਕੀ ਹੁੰਦੀ ਆ, ਜਿਹਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, ਹਿੰਦੀ ਮਹਾਸਭਾ, ਆਰਿਆ ਸਮਾਜ ਐਂਡ ਜਨਸੰਘ ਜਿਹੜੇ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ। ਇਹਨਾਂ ਆਰਗੇਨਾਈਜੇਸ਼ਨਸ ਵੱਲੋਂ ਜਿਹੜੇ ਪੰਜਾਬ ਦੇ ਹਿੰਦੂ ਸੀਗੇ ਉਹਨਾਂ ਨੂੰ ਫੋਰਸ ਕੀਤਾ ਗਿਆ ਜਾਂ ਉਹਨਾਂ ਨੂੰ ਮੈਨੂਪੂਲੇਟ ਕੀਤਾ ਗਿਆ, ਗੱਲਾਂ ਦੇ ਵਿੱਚ ਲਿਆਇਆ ਗਿਆ, ਆਪਣੇ ਕਈ ਨਾਰਿਆਂ ਦੇ ਨਾਲ, ਸਲੋਗਨਸ ਦੇ ਨਾਲ ਉਹਨਾਂ ਨੂੰ ਸ਼ਾਹਿਦ ਕੀਤਾ ਗਿਆ ਕਿ ਤੁਸੀਂ ਪੰਜਾਬੀ ਨਹੀਂ, ਆਪਣੀ ਮਾਤਰ ਭਾਸ਼ਾ ਤੁਸੀਂ ਹਿੰਦੀ ਲਿਖਾਓਗੇ, ਕਿਉਂਕਿ ਹਿੰਦੀ ਹੀ ਆਪਣੇ ਦੇਸ਼ ਦੀ ਭਾਸ਼ਾ ਆ। ਹਿੰਦੀ, ਹਿੰਦੂ, ਹਿੰਦੁਸਤਾਨ, ਏਦਾਂ ਦੇ ਨਾਰੇ ਲੱਗਦੇ ਸੀਗੇ, ਜਿਹਦੇ ਨਾਲ ਜਿਹੜੇ ਬਹੁਤ ਹਿੰਦੂ ਮੈਜੋਰਿਟੀ ਪੰਜਾਬੀ ਹਿੰਦੂ ਸੀਗੇ ਉਹਨਾਂ ਨੇ ਇੱਕ ਆਪਣੀ ਭਾਸ਼ਾ ਨੂੰ ਪੰਜਾਬੀ ਨਾ ਚੁਣ ਕੇ, ਚਾਹੇ ਉਹ ਪੰਜਾਬੀ ਬੋਲਦੇ ਸੀ, ਉਹਨਾਂ ਦੀ ਭਾਸ਼ਾ ਪੰਜਾਬੀ ਸੀ, ਉਸ ਦੇ ਬਾਵਜੂਦ ਵੀ ਆਪਣੀ ਮਾਤਰ ਭਾਸ਼ਾ ਨੂੰ ਹਿੰਦੀ ਹੀ ਲਿਖਾਇਆ। ਨਾਲ ਹੀ ਬਹੁਤ ਸਾਰੀ ਦਲਿਤ ਪੋਪੂਲੇਸ਼ਨ ਨੇ ਵੀ। ਸੋ 1951 ਦੇ ਜਿਹੜੇ ਸੈਂਸਸ ਦੀ ਮੈਨੂਪੂਲੇਸ਼ਨ ਹੋਈ ਸੀ, ਉਹਦੇ ਨਾਲ ਇੰਨੀ ਕੁ ਬਾਅਦ ਵਿੱਚ ਰੰਬਲ ਕ੍ਰੀਏਟ ਹੋਈ ਕਿ ਉਹਦੇ ਵਿੱਚੋਂ ਲੈਂਗੁਏਜ ਦੇ ਸੈਕਸ਼ਨ ਨੂੰ ਕਾਊਂਟ ਹੀ ਨਹੀਂ ਕੀਤਾ ਗਿਆ। ਉਹਨਾਂ ਨੂੰ ਬਾਅਦ ਵਿੱਚ ਉਸ ਨੂੰ ਇੱਕ ਤਰ੍ਹਾਂ ਨਾਲ ਕਾਂਟਾ ਫੇਰ ਦਿੱਤਾ ਗਿਆ ਕਿ ਆਪਾਂ ਇਸ ਨੂੰ ਮੰਨਾਂਗੇ ਨਹੀਂ। 1952 ਦੇ ਟਾਈਮ ਇਲੈਕਸ਼ਨ ਹੁੰਦੇ ਆ ਪੰਜਾਬ ਦੇ ਵਿੱਚ। ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਜਿਹੜੀ ਉਹ 13 ਸੀਟਾਂ ਲੈਂਦੀ ਆ ਔਰ ਕਾਂਗਰਸ 98 ਸੀਟਾਂ ਲੈਂਦੀ ਆ। ਸੋ ਹਿਊਜ ਮਾਰਜਨ, 98 ਸੀਟਾਂ ਕਾਂਗਰਸ ਨੂੰ, ਅਕਾਲੀ ਦਲ ਨੂੰ 13 ਸੀਟਾਂ। ਬਾਕੀ ਜਿੰਨੀਆਂ ਪਾਰਟੀਆਂ ਸੀ ਉਹਨਾਂ ਦੀਆਂ ਸੀਟਾਂ ਅਕਾਲੀ ਦਲ ਤੋਂ ਕਿਤੇ ਘੱਟ ਸੀ, ਕਿਸੇ ਨੂੰ 5 ਸੀ, ਕਿਸੇ ਨੂੰ 1 ਸੀ, 4 ਸੀ। ਸੋ ਅਕਾਲੀ ਦਲ ਇੱਥੇ ਬਹੁਤ ਅੱਛੀ ਤਰ੍ਹਾਂ ਨਾਲ ਰਿਅਲਾਈਜ਼ ਕਰ ਜਾਂਦੇ ਆ ਕਿ ਅਗਰ ਉਹਨਾਂ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਰਵਾਈਵ ਕਰਨਾ ਤਾਂ ਉਹਨਾਂ ਨੂੰ ਪੋਲਿਟਿਕਸ ਆਫ ਪ੍ਰੋਟੈਸਟ, ਪੋਲਿਟਿਕਸ ਆਫ ਲੈਂਗੁਏਜ, ਪੋਲਿਟਿਕਸ ਆਫ ਰਿਲੀਜਨ ਕਰਨੀ ਪਏਗੀ। ਅਦਰਵਾਈਜ਼ ਆਈਡੈਂਟਿਟੀ ਬਣਾਏ ਬਿਨਾ ਅਕਾਲੀ ਦਲ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸੈਟਲ ਨਹੀਂ ਹੋ ਸਕਦਾ, ਬਿਕੋਜ਼ ਕਾਂਗਰਸ ਦੀ ਮੋਨੋਪੋਲੀ ਚੱਲ ਰਹੀ ਸੀ। 1952 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਹੀਟਡ ਕੰਪੇਨ ਜਿਹੜੀਆਂ ਸੀ ਉਹ ਭਾਸ਼ਾ ਦੇ ਅਰਾਊਂਡ ਹੀ ਘੁੰਮਦੀਆਂ ਸੀ, ਮਤਲਬ ਕਿ ਭਾਸ਼ਾ ਬਹੁਤ ਵੱਡਾ
ਮੁੱਦਾ ਸੀ ਉਸ ਟਾਈਮ ਦਾ, ਜਦੋਂ ਪੰਜਾਬ ਦੇ ਵਿੱਚ ਹਜੇ ਰਿਫਿਊਜੀ ਸੈਟਲਮੈਂਟ ਵੀ ਨਹੀਂ ਸੀ ਹੋ ਪਾਈ। ਜਿਹੜੀ ਪੰਜਾਬੀ ਕਮਿਊਨਿਟੀ ਸੀ ਉਹਨੂੰ ਸਭ ਤੋਂ ਵੱਧ ਨੁਕਸਾਨ ਪਾਰਟੀਸ਼ਨ ਦਾ ਚੱਲਣਾ ਪਿਆ ਸੀ, ਜਿਹੜੇ ਹਜੇ ਵੀ 1952 ਤੱਕ ਵੀ ਇੰਨੇ ਖੁਸ਼ ਨਹੀਂ ਸੀ ਹੋ ਪਾਏ, ਜਿਹੜੇ ਆਪਣਾ ਕਾਰੋਬਾਰ ਛੱਡ ਕੇ, ਆਪਣੀਆਂ ਜ਼ਮੀਨਾਂ, ਘਰ, ਸਾਰਾ ਕੁਝ ਛੱਡ ਕੇ ਇੰਡੀਆ ਦੇ ਵਿੱਚ ਹਜੇ ਤੱਕ ਸੈਟਲ ਨਹੀਂ ਸੀ ਹੋ ਪਾਏ। ਉਸ ਟਾਈਮ ਪੰਜਾਬ ਦੇ ਵਿੱਚ ਭਾਸ਼ਾ ਤੇ ਆਧਾਰਿਤ ਫਿਰਕਾ ਪ੍ਰਸਤੀ ਸ਼ੁਰੂ ਹੋ ਚੁੱਕੀ ਸੀ। 1952 ਦੇ ਇਲੈਕਸ਼ਨਸ ਦੇ ਵਿੱਚ ਕਈ ਥਾਵਾਂ ਤੇ ਕਲੈਸ਼ਿਸ ਵੀ ਛੋਟੇ-ਛੋਟੇ ਹਿੰਦੀ ਸਪੀਕਿੰਗ ਐਂਡ ਪੰਜਾਬੀ ਸਪੀਕਿੰਗ ਦੇ ਵਿੱਚ ਹੋਏ। ਪੰਜਾਬੀ ਸਪੀਕਿੰਗ ਏਰੀਆਜ਼ ਮੰਨੇ ਜਾਂਦੇ ਸੀ ਜਿਹੜੇ ਅੱਜ ਦੇ ਪੰਜਾਬ ਦੇ ਕੋਲ ਜ਼ਿਆਦਾਤਰ, ਪਰ ਕੁਝ ਏਰੀਆਜ਼ ਆ ਜਿਵੇਂ ਫਾਜ਼ਿਲਕਾ ਐਂਡ ਉਸ ਪਾਸੇ ਨੂੰ ਜਿਹੜੇ ਉਹ ਹਿੰਦੀ ਸਪੀਕਿੰਗ ਸੀ, ਔਰ ਨਾਲ ਹੀ ਜੋ ਏਰੀਆ ਹਰਿਆਣਾ ਦੇ ਵਿੱਚ ਆ ਉਹ ਮੈਕਸਿਮਮ ਹਿੰਦੀ ਸਪੀਕਿੰਗ ਏਰੀਆਜ਼ ਦੇ ਉਹ ਏਰੀਆਸ ਮੰਨੇ ਜਾਂਦੇ ਸੀ। ਸੋ ਇਹ ਕਲੈਸ਼ ਜਿਹੜਾ ਸੀ 1952 ਦੇ ਇਲੈਕਸ਼ਨਸ ਦੇ ਵਿੱਚ ਐਵੀਡੈਂਟ ਸੀ। ਸੋ 1953 ਦੇ ਵਿੱਚ ਸਰਕਾਰ ਬਣਦੀ ਹੈ ਭੀਮ ਸੈਨ ਸੱਚਰ ਦੀ, ਕਾਂਗਰਸ ਫੁੱਲ ਮੈਜੋਰਿਟੀ ਨਾਲ ਜਿੱਤਦੀ ਹੈ, ਔਰ ਇਸ ਸਮੇਂ ਇੱਕ ਬਹੁਤ ਹੀ ਪ੍ਰੋਮੀਨੈਂਟ ਲੀਡਰ ਜਿਹੜੇ ਹੁੰਦੇ ਆ ਉਹ ਪ੍ਰਤਾਪ ਸਿੰਘ ਕੈਰੋਂ। ਉਹਨਾਂ ਦੀ ਭੂਮਿਕਾ ਖੈਰ ਆਜ਼ਾਦੀ ਤੋਂ ਪਹਿਲਾਂ ਵੀ ਉਹ ਪੋਲੀਟੀਸ਼ੀਅਨ ਸੀ, 1947 ਦੀ ਅਸੈਂਬਲੀ ਦੇ ਵਿੱਚ ਵੀ ਉਹ ਸੀਗੇ, ਪਰ ਇਸ ਟਾਈਮ ਉਹਨਾਂ ਦੀ ਭੂਮਿਕਾ ਬਹੁਤ ਜ਼ੋਰਦਾਰ ਹੋ ਕੇ ਅੱਗੇ ਨਿਕਲ ਕੇ ਆਉਂਦੀ ਹੈ, ਕਿਉਂਕਿ 1952 ਦੇ ਜਿਹੜੇ ਇਲੈਕਸ਼ਨ ਸੀ ਉਹਨਾਂ ਵਿੱਚ ਪੰਡਿਤ ਨਹਿਰੂ ਵੱਲੋਂ ਇਲੈਕਸ਼ਨ ਜਿੱਤਣ ਦਾ ਸਾਰਾ ਸ਼੍ਰੇਅ ਇੱਕ ਤਰ੍ਹਾਂ ਨਾਲ ਪ੍ਰਤਾਪ ਸਿੰਘ ਕੈਰੋਂ ਦੇ ਸਿਰ ਤੇ ਮੜਿਆ ਜਾਂਦਾ, ਔਰ ਬਹੁਤ ਪ੍ਰੋਮੀਨੈਂਟ ਸੈਕੰਡ ਇਨ ਲਾਈਨ ਟੂ ਬੀ ਸੀਐਮ ਹੁੰਦੇ ਆ ਪ੍ਰਤਾਪ ਸਿੰਘ ਕੈਰੋਂ, ਔਰ ਉਹ ਅਕਾਲੀ ਦਲ ਦੇ ਖਿਲਾਫ, ਚਾਹੇ ਉਹ ਅਕਾਲੀ ਦਲ ਦੇ ਵਿੱਚੋਂ ਹੀ ਨਿਕਲੇ ਹੋਏ ਹੁੰਦੇ ਆ ਕਿਸੇ ਟਾਈਮ ਦੇ ਵਿੱਚ, ਬਟ ਉਹ ਅਕਾਲੀ ਦਲ ਦੇ ਖਿਲਾਫ ਬਹੁਤ ਸਖਤ ਰਵੱਈਆ ਰੱਖਦੇ ਹਨ। ਪ੍ਰਤਾਪ ਸਿੰਘ ਕੈਰੋਂ ਵਾਸ ਫੋਰਨ ਐਜੂਕੇਟਡ ਉਸ ਟਾਈਮ ਦੇ ਵਿੱਚ ਪਾਰਕਲੇ ਯੂਨੀਵਰਸਿਟੀ ਦੇ ਵਿੱਚੋਂ, ਐਂਡ ਬਹੁਤ ਅੱਛੀ ਇਕਨੋਮਿਕਸ ਦੀ ਪੜ੍ਹਾਈ, ਉਹਨਾਂ ਦੀ ਕੁਆਲੀਫਿਕੇਸ਼ਨ ਬਹੁਤ ਸਟਰੋਂਗ ਸੀ। ਸੋ ਇੱਕ ਆਪਣੇ ਆਪ ਨੂੰ ਟੋਟਲ ਸੈਕੂਲਰ ਐਂਡ ਡਿਵੈਲਪਮੈਂਟ ਦੇ ਉੱਤੇ ਵਿਜ਼ਨਰੀ ਮੰਨਦੇ ਸੀ ਕਿ ਪੰਜਾਬ ਦੀ ਡਿਵੈਲਪਮੈਂਟ ਕਰਨੀ ਆ, ਇਦਾਂ ਦੀ ਫਿਰਕਾ ਪ੍ਰਸਤੀ ਕਮਿਊਨਲਿਜ਼ਮ ਦੇ ਵਿੱਚ ਨਹੀਂ ਪੈਣਾ ਚਾਹੀਦਾ ਜਿਹਦੇ ਵਿੱਚ ਦੋ ਧੜੇ ਆਪਸ ਦੇ ਵਿੱਚ ਲੜਦੇ ਰਹਿਣ ਔਰ ਸਰਕਾਰ ਦਾ ਡਿਵੈਲਪਮੈਂਟ ਦਾ ਕੰਮ ਨਾ ਹੋਵੇ। ਸੋ ਪ੍ਰਤਾਪ ਸਿੰਘ ਕੈਰੋਂ ਦਾ ਇਸ ਸਮੇਂ ਤੋਂ 1952 ਤੋਂ ਬਾਅਦ 53 ਤੋਂ ਬਾਅਦ ਉਹਨਾਂ ਦਾ ਇੱਕ ਬਹੁਤ ਸਖਤ ਸਟੈਂਡ, ਬਹੁਤ ਸਖਤ ਰਵੱਈਆ ਅਕਾਲੀ ਦਲ ਦੇ ਖਿਲਾਫ ਸ਼ੁਰੂ ਹੋ ਜਾਂਦਾ। ਸੋ ਇਹਦਾ ਕਹਿਣ ਦਾ ਭਾਵ ਇਹ ਹੈ ਕਿ ਸਿੱਖ ਵਰਸਸ ਸਿੱਖ ਹੋ ਜਾਂਦਾ, ਇੱਕ ਜਿਹੜੀ ਹੀਟਡ ਪੋਲਿਟਿਕਸ ਜਿਹੜੀ ਆ ਉਹ ਇੱਥੋਂ ਇਮਰਜ ਹੁੰਦੀ ਹੈ, ਜਿਹਦੇ ਨਾਲ ਪੰਜਾਬੀ ਸੂਬਾ ਮੂਵਮੈਂਟ ਆਉਣ ਵਾਲੇ ਦਿਨਾਂ 'ਚ ਬਹੁਤ ਤੇਜ਼ ਹੋ ਜਾਂਦਾ। 1953 ਦਾ ਟਾਈਮ ਆਉਂਦਾ, 1953, ਜਦੋਂ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਭਾਰਤ ਸਰਕਾਰ ਵੱਲੋਂ ਸੈਟਅਪ ਕੀਤਾ ਜਾਂਦਾ ਹੈ। ਜਿਹੜਾ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਆ ਉਹਨੂੰ ਕੰਮ ਦਿੱਤਾ ਜਾਂਦਾ ਕਿ ਤੁਸੀਂ ਉੱਥੇ ਜਾ ਕੇ ਦੇਖੋ ਵੀ ਭਾਸ਼ਾ ਦੇ ਆਧਾਰਿਤ ਸੂਬੇ ਦੀ ਵੰਡ ਹੋਣੀ ਚਾਹੀਦੀ ਹੈ, ਕਿੱਦਾਂ ਵੰਡ ਹੋਣੀ ਚਾਹੀਦੀ, ਕਿੱਦਾਂ ਉਹਨੂੰ ਰੀਆਰਗੇਨਾਈਜ਼ ਕੀਤਾ ਜਾਣਾ ਚਾਹੀਦਾ ਹੈ। ਉਸ ਟਾਈਮ 18 ਪੇਜਾਂ ਦਾ ਮੈਮੋਰੈਂਡਮ ਮਾਸਟਰ ਤਾਰਾ ਸਿੰਘ ਜੀ ਆਪਣੀਆਂ ਡਿਮਾਂਡਸ ਦੇ ਕੇ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਨੂੰ ਸਬਮਿਟ ਕਰਦੇ ਆ, ਔਰ ਜਿਹੜਾ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਹੈ ਉਹਦੀ ਜਿਹੜੀ ਰਿਪੋਰਟ ਆ ਉਹ 2 ਸਾਲਾਂ ਤੋਂ ਬਾਅਦ ਜਾ ਕੇ ਆਉਂਦੀ ਹੈ। 1953 ਦਾ ਪੰਜਾਬ ਕਿੱਦਾਂ ਦਾ ਸੀ ਤਾਂ ਉਹਦੇ ਵਿੱਚ ਜਿਹੜਾ ਹਿੰਦੂ ਵਰਸਸ ਸਿੱਖ ਚੱਲਦਾ ਸੀਗਾ, ਜਿਹੜਾ 1947 ਤੋਂ ਪਹਿਲਾਂ ਹਿੰਦੂ ਸਿੱਖ ਜਿਹੜੇ ਬਿਲਕੁਲ ਇਕੱਠੇ ਹੁੰਦੇ ਸੀ, ਜਿਹੜੇ ਭਾਰਤ ਦੇ ਵਿੱਚ ਆਏ, ਔਰ ਜਿਹੜੇ ਫਿਰਕਾ ਪ੍ਰਸਤ ਮੁਸਲਿਮ ਲੋਕ ਸੀ ਉਹਨਾਂ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਹੈ। ਔਰ ਲੇਕਿਨ ਭਾਰਤ ਆਜ਼ਾਦ ਹੋਣ ਤੋਂ ਬਾਅਦ ਹੀ ਜਿਹੜੀ ਸਿਰਫ ਭਾਸ਼ਾ ਦੇ ਆਧਾਰਿਤ ਪੰਜਾਬੀ ਔਰ ਸਿੱਖ ਹਿੰਦੂ ਜਿਹੜੀ ਕਮਿਊਨਿਟੀ ਸੀ, ਸਿੱਖ ਔਰ ਹਿੰਦੂ ਸੀ ਆਪਸ ਦੇ ਵਿੱਚ, ਬਹੁਤ ਉਹਨਾਂ ਦੀ ਇਹ ਫਿਰਕਾ ਪ੍ਰਸਤੀ ਵੱਧ ਚੁੱਕੀ ਸੀ। ਜਦੋਂ ਕਦੀ ਵੀ ਜਿੱਦਾਂ ਬਹੁਤ ਰਿਪੋਰਟਸ ਇਦਾਂ ਨਹੀਂ ਆਈਆਂ, 1954 ਦੀ ਗੱਲ ਹੈ ਜਦੋਂ ਲੁਧਿਆਣਾ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਜਦੋਂ ਸਿੱਖ ਨਗਰ ਕੀਰਤਨ ਟਾਈਪ ਪ੍ਰੋਸੈਸ਼ਨ ਹੁੰਦੇ ਸੀ, ਜੱਥੇ ਨਿਕਲਦੇ ਸੀ ਜਾਂ ਜਲੂਸ ਕੱਢੇ ਜਾਂਦੇ ਸੀ, ਉਹਦੇ ਵਿੱਚ ਜਿਹੜੇ ਹਿੰਦੂਤਵੀ ਲੀਡਰ ਸੀ, ਜਿਹੜੇ ਆਰਿਆ ਸਮਾਜੀ ਲੀਡਰ ਕਾਂਗਰਸ ਸੀਗੀ, ਕਾਂਗਰਸ ਦੇ ਵਿੱਚ ਬਹੁਤ ਲੀਡਰ ਇਦਾਂ ਦੇ ਸੀ ਜਿਹੜੇ ਆਪਣੇ ਆਪ ਨੂੰ ਇੱਕ ਐਕਸਟ੍ਰੀਮ ਹਿੰਦੂ ਮੰਨਦੇ ਸੀ। ਐਕਸਟ੍ਰੀਮਿਜ਼ਮ ਦੇ ਉੱਤੇ ਜਾ ਕੇ ਹਿੰਦੂਤਵਾ ਦੀ ਰਾਜਨੀਤੀ ਖੇਡਣ ਵਾਲੇ ਜਿਹੜੇ ਆਰਿਆ ਸਮਾਜੀ ਜਿਹੜੇ ਕਹੇ ਜਾ ਸਕਦੇ ਆ, ਵਿੱਚੋਂ ਕੁਝ ਕਾਲੀ ਚਰਨ, ਲਾਲਾ ਜਗਤ ਨਾਰਾਇਣ, ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਵੀ ਇਦਾਂ ਦੇ ਬਹੁਤ ਲੀਡਰ ਸੀ ਜਿਹੜੇ ਐਕਸਟ੍ਰੀਮਿਸਟ ਸੀਗੇ, ਜਿਹੜੇ ਐਕਸਟ੍ਰੀਮ ਸਿੱਖ ਸੀਗੇ, ਜਿਹੜੇ ਅਗੇਨ ਮੈਂ ਕਹਿੰਦੀ ਆ ਪੰਥ ਦੀ ਰਾਜਨੀਤੀ ਖੇਡਦੇ ਸੀ। ਸੋ ਜਿਹੜੀ ਫਿਰਕਾ ਪ੍ਰਸਤੀ ਵੀ ਸੀ ਇਹ ਦੋ ਐਕਸਟ੍ਰੀਮ ਹਿੰਦੂ ਐਂਡ ਐਕਸਟ੍ਰੀਮ ਸਿੱਖਾਂ ਦੇ ਵਿੱਚ ਸੀ। ਇਹਦੇ ਵਿੱਚ ਜਿਹੜਾ ਸੈਕੂਲਰ ਸੀ ਉਹ ਇਹਨਾਂ ਫਿਰਕਾ ਪ੍ਰਸਤੀਆਂ ਨੂੰ ਰੋਕਣ ਦੀ ਹੀ ਕੋਸ਼ਿਸ਼ ਕਰਦੇ ਸੀ। ਸੋ 1954 ਦੇ ਵਿੱਚ ਉਹ ਗੁਰਦੁਆਰੇ ਚੋਂ ਜਲੂਸ ਨਿਕਲਦਾ ਹੈ ਤਾਂ ਉੱਥੇ ਜਿਹੜੇ ਹਿੰਦੂ ਐਕਸਟ੍ਰੀਮਿਸਟ ਹੈ, ਹਿੰਦੀ ਸਪੀਕਿੰਗ ਵਾਲੇ ਆ, ਜਿਹੜੇ ਮੌਬ ਹੁੰਦਾ ਉਹ ਇੱਕ ਤਰ੍ਹਾਂ ਨਾਲ ਬਹੁਤ ਨਾਰੇ ਲਗਾਉਂਦੇ ਨੇ ਹਿੰਦੀ ਦੇ ਫੇਵਰ ਦੇ ਵਿੱਚ, ਜਿੱਥੇ ਆਪਸ 'ਚ ਝੜਪਾਂ ਹੁੰਦੀਆਂ ਨੇ, ਆਪਸ 'ਚ ਕਲੈਸ਼ ਹੁੰਦੇ ਨੇ। ਇਸੇ ਤਰ੍ਹਾਂ ਹੀ 1955 ਦੇ ਵਿੱਚ ਸਿੱਖਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਇੱਕ ਧਾਰਮਿਕ ਜਲੂਸ ਹੁੰਦਾ, ਇੱਕ ਨਗਰ ਕੀਰਤਨ ਆਪਾਂ ਕਹਿ ਸਕਦੇ ਹਾਂ, ਜਿਹੜਾ ਉਹ ਜੱਥਾ ਜਾ ਰਿਹਾ ਹੁੰਦਾ, ਉਹਦੇ 'ਚ ਵੀ ਇਸੇ ਤਰ੍ਹਾਂ ਹੀ ਕਲੈਸ਼ਿਸ ਹੁੰਦੇ ਆ, ਕਿਉਂਕਿ ਜਿਹੜੇ ਹਿੰਦੂ ਐਕਸਟ੍ਰੀਮਿਸਟ ਹੁੰਦੇ ਆ ਉਹ ਵੀ ਪੈਰਲਰ ਆ ਕੇ ਉੱਥੇ ਆਪਣੀ ਨਾਅਰੇਬਾਜ਼ੀ ਸ਼ੁਰੂ ਕਰ ਦਿੰਦੇ ਆ, ਜਿਹਦੇ ਨਾਲ ਬਹੁਤ ਕਲੈਸ਼ ਹੁੰਦੇ ਆ, ਇੱਕ ਤਰ੍ਹਾਂ ਦਾ ਬਹੁਤ ਹਾਲਾਤ ਖਰਾਬ ਹੋ ਜਾਂਦੇ ਆ, ਜਿਹਦੇ ਨਾਲ ਇੱਕ
ਪੰਜਾਬ ਦੇ ਚੀਫ ਮਿਨਿਸਟਰ ਜਿਹੜੇ ਸੀ ਉਸ ਟਾਈਮ ਦੇ ਭੀਮ ਸੈਨ ਸੱਚਰ, ਉਹਨਾਂ ਵੱਲੋਂ ਇੱਕ ਬਿਆਨ ਜਾਰੀ ਹੁੰਦਾ, ਇੱਕ ਬੈਨ ਲਾਇਆ ਜਾਂਦਾ। ਉਹ ਬੈਨ ਹੁੰਦਾ ਕਿ ਤੁਸੀਂ ਪੰਜਾਬੀ ਸਪੀਕਿੰਗ ਸੂਬੇ ਦੇ ਲਈ ਜਾਂ ਹਿੰਦੀ ਸਪੀਕਿੰਗ ਸੂਬੇ ਦੇ ਲਈ ਸਲੋਗਨ ਨਹੀਂ, ਕੋਈ ਨਾਰਾ ਨਹੀਂ ਮਾਰ ਸਕਦੇ। ਸੋ ਜਿਹੜਾ ਇਹ ਬੈਨ, ਸਲੋਗਨ ਬੈਨ ਲਗਾਇਆ ਜਾਂਦਾ, ਇਹ ਸਲੋਗਨ ਬੈਨ ਦੇ ਖਿਲਾਫ ਹੀ ਇੱਕ ਅਲੱਗ ਤੋਂ ਪ੍ਰੋਟੈਸਟ ਸ਼ੁਰੂ ਹੋ ਜਾਂਦਾ 1955 ਦੇ ਵਿੱਚ ਹੀ, ਵੀ ਇਹ ਜਿਹੜਾ ਨਾਅਰੇਬਾਜ਼ੀ ਕਰਨ ਤੇ ਜਿਹੜਾ ਬੈਨ ਸਰਕਾਰ ਵੱਲੋਂ ਲਾਇਆ ਗਿਆ, ਇਹ ਸਾਡੇ ਮਨੁੱਖੀ ਜਿਹੜਾ ਸਾਡਾ ਫਰੀडम ਆਫ ਐਕਸਪ੍ਰੈਸ਼ਨ ਆ ਇਹਦੇ ਖਿਲਾਫ ਹੈ, ਜਿਹੜਾ ਸਾਨੂੰ ਕਨਸਟੀਟਿਊਸ਼ਨ ਅਧਿਕਾਰ ਦਿੰਦਾ ਇਹਦੇ ਖਿਲਾਫ ਆ। ਸੋ ਉਸ ਬੈਨ ਦੇ ਖਿਲਾਫ ਇੱਕ ਅਲੱਗ ਧਰਨਾ 1955 ਦੇ ਵਿੱਚ ਸ਼ੁਰੂ ਹੋ ਜਾਂਦਾ, ਜਿਹਨੂੰ ਆਪਾਂ ਇੱਕ ਤਰ੍ਹਾਂ ਨਾਲ ਪੰਜਾਬੀ ਸੂਬਾ ਮੂਵਮੈਂਟ ਦਾ ਪਹਿਲਾ ਫੇਜ਼ ਕਹਿੰਦੇ ਹਾਂ। ਸੋ ਅਕਾਲੀ ਦਲ ਕੁਝ ਦਿਨਾਂ ਦਾ ਅਲਟੀਮੇਟਮ ਸਰਕਾਰ ਨੂੰ ਦਿੰਦੇ ਆ ਕਿ ਤੁਸੀਂ ਆਪਣਾ ਇਹ ਨਾਅਰਿਆਂ ਤੇ ਲਗਾਇਆ ਹੋਇਆ ਬੈਨ ਹਟਾ ਲਓ, ਨਹੀਂ ਤਾਂ ਅਸੀਂ ਆਪਣਾ ਅੰਦੋਲਨ ਕਰਾਂਗੇ, ਆਪਣਾ ਪ੍ਰੋਟੈਸਟ ਕਰਾਂਗੇ। ਲੇਕਿਨ ਸਰਕਾਰ 10 ਮਈ ਤੱਕ ਵੀ ਇਸ ਬੈਨ ਨੂੰ ਹਟਾਉਂਦੀ ਨਹੀਂ ਹੈ, ਜਿਹਦੇ ਵਿੱਚ ਇਹ ਕੀ ਹੁੰਦਾ ਹੈ ਕਿ ਅਕਾਲੀ ਦਲ ਦਾ ਉਸ ਟਾਈਮ ਜਿਹੜਾ ਪ੍ਰੋਟੈਸਟ ਕਰਨ ਦਾ ਢੰਗ ਸੀ ਬੜਾ ਵਾਈਬ੍ਰੈਂਟ ਢੰਗ ਸੀ। ਉਹ ਇਸ ਤਰ੍ਹਾਂ ਸੀ ਕਿ ਉਹ ਕੁਛ ਦੇ ਜੱਥੇ ਬਣਾ ਕੇ ਆਉਂਦੇ ਸੀ। ਜੱਥੇ ਕਿਉਂ ਬਣਾਉਂਦੇ ਸੀ? ਕਿਉਂਕਿ 144 ਧਾਰਾ ਲੱਗੀ ਹੋਈ ਸੀ, ਜ਼ਿਆਦਾ ਲੋਕਾਂ ਨੂੰ ਇਕੱਠੇ ਨਹੀਂ ਸੀ ਹੋ ਸਕਦੇ। ਸੋ ਉਹ 10-10 ਦੇ ਜਾਂ 5-5 ਦੇ ਜੱਥਿਆਂ ਚ ਆਉਂਦੇ ਸੀ ਤੇ ਆ ਕੇ ਗ੍ਰਿਫਤਾਰੀਆਂ ਦਿੰਦੇ ਸੀ। ਟੋਟਲ ਪੀਸਫੁਲ ਪ੍ਰੋਟੈਸਟ, ਕਿਤੇ ਵੀ ਵਾਇਲੈਂਸ ਜਾਂ ਏਦਾਂ ਦੀ ਚੀਜ਼ ਨਹੀਂ। ਸੋ ਜੱਥਿਆਂ ਚ ਆਉਂਦੇ ਸੀ, ਪੁਲਿਸ ਉਹਨਾਂ ਨੂੰ ਅਰੈਸਟ ਕਰ ਲੈਂਦੀ ਸੀ। ਸੋ ਜਿੰਨੇ ਅਕਾਲੀ ਵਰਕਰ ਸੀ ਉਹ ਗ੍ਰਿਫਤਾਰ ਹੁੰਦੇ ਸੀ। ਇੱਕ ਤਰ੍ਹਾਂ ਨਾਲ 21,000-22,000 ਤੱਕ ਲੋਕਾਂ ਨੂੰ 1955 ਦੇ ਵਿੱਚ ਅਰੈਸਟ ਕੀਤਾ ਗਿਆ। ਔਰ ਜਿਹੜਾ ਇਹ ਅਰੈਸਟ ਸੀਗਾ, ਇੱਕ ਲੋਕਾਂ ਦੇ ਵਿੱਚ ਇੱਕ ਆਇਡੈਂਟੀਟੀ ਜਿਹੜੀ ਸੀ ਅਕਾਲੀ ਦਲ ਦੀ ਬਹੁਤ ਅੱਛੀ ਬਣ ਰਹੀ ਸੀ ਕਿ ਇਹ ਧਰਮ ਦੇ ਲਈ ਲੜ ਰਹੇ ਨੇ ਜਾਂ ਇੱਕ ਏਦਾਂ ਦੀ ਗੱਲ ਕਰ ਰਹੇ ਨੇ ਜਿਹੜੀ ਸਿੱਖਾਂ ਦੇ ਲਈ ਜਾਂ ਪੰਜਾਬੀ ਸੂਬੇ ਦੀ ਗੱਲ ਕਰ ਰਹੇ ਨੇ, ਜਿਹਦੇ ਨਾਲ ਜਿਹੜੀ ਕਾਂਗਰਸ ਸੀ ਉਹਨੇ ਬੌਖਲਾਹਟ ਚ ਆਉਣਾ ਹੀ ਆਉਣਾ ਸੀ। ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜਾ ਅਕਾਲੀ ਦਲ ਦਾ ਐਕਸਟ੍ਰੀਮਿਜ਼ਮ ਸੀ, ਜਿਹੜਾ ਧਰਮ ਦੇ ਆਧਾਰ ਤੇ, ਉਹ ਕਾਂਗਰਸ ਨੂੰ ਭਾਰੀ ਪੈ ਰਿਹਾ ਸੀ। ਸੋ ਪੰਜਾਬ ਦੇ ਡੀਜੀਪੀ ਆਪਣੀ ਪੁਲਿਸ ਫੋਰਸ ਦੇ ਨਾਲ ਅੰਦਰ ਚਲੇ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਲੋਕਾਂ ਨੂੰ ਅਰੈਸਟ ਕਰਨ ਦੇ ਲਈ ਜਿਹੜੇ ਅਕਾਲੀ ਦਲ ਨੂੰ ਬਿਲੋਂਗ ਕਰਦੇ ਲੋਕ ਅੰਦਰ ਹੁੰਦੇ ਆ, ਜਿਨ੍ਹਾਂ ਨੂੰ ਕਾਂਗਰਸ ਇਹ ਦਾਅਵਾ ਕਰਦੀ ਹੁੰਦੀ ਹੈ ਕਿ ਇਹ ਅੰਦਰ ਗੁਰਦੁਆਰਿਆਂ ਦੀ ਆੜ ਦੇ ਵਿੱਚ ਜਾ ਕੇ ਛੁਪੇ ਹੋਏ ਨੇ, ਇਹ ਅਪਰਾਧੀ ਲੋਕ ਨੇ। ਸੋ ਉਹਨਾਂ ਨੂੰ ਪਕੜਨ ਦੇ ਲਈ DIG ਅੰਦਰ ਜਾਂਦੇ ਆ ਗੁਰਦੁਆਰੇ ਦੇ ਦਰਬਾਰ ਸਾਹਿਬ। ਗ੍ਰੰਥੀ ਨੂੰ ਵੀ ਅਰੈਸਟ ਕਰ ਲਿਆ ਜਾਂਦਾ, ਹੋਰ ਸਾਰੇ ਲੋਕ ਜਿੰਨੀਆਂ ਵੀ ਔਰਤਾਂ ਬੱਚੇ ਉੱਥੇ ਹੁੰਦੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ। ਇੱਕ ਤਰ੍ਹਾਂ ਨਾਲ ਆਪਾਂ ਬੜੀ ਸਿੱਧੀ ਭਾਸ਼ਾ 'ਚ ਮੈਂ ਕਹਾਂ ਕਿ ਬੇਅਦਬੀ ਹੁੰਦੀ ਹੈ। ਸਰੋਵਰ ਦੀ ਵੀ ਐਂਡ ਪਰਿਕਰਮਾ ਦੀ ਵੀ, ਏਦਾਂ ਦੀਆਂ ਹੋਰ ਬਹੁਤ ਚੀਜ਼ਾਂ ਆ। ਉੱਥੇ ਸ਼ੈਲਸ ਵਰਾਏ ਜਾਂਦੇ ਨੇ, ਲਾਠੀ ਚਾਰਜ ਵੀ ਕੀਤਾ ਜਾਂਦਾ, ਏਦਾਂ ਦੇ ਬਹੁਤ ਸੀਨ ਜਿਹੜੇ ਆ ਉਸ ਟਾਈਮ ਦੇ ਪੜਨ ਨੂੰ ਮਿਲਦੇ ਆ। ਸੋ ਇਸ ਤੋਂ ਬਾਅਦ ਅਕਾਲੀ ਦਲ ਦੇ ਬਹੁਤ ਲੋਕ ਅਰੈਸਟ ਤਾਂ ਕਰ ਲਏ ਜਾਂਦੇ ਆ, ਪਰ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਹੈ ਇਹ ਜ਼ੋਰ ਪਕੜਦਾ, ਕਿਉਂਕਿ ਜਿਹੜੀਆਂ ਸਿੱਖ ਭਾਵਨਾਵਾਂ ਦਾ ਤੇ ਆਪਾਂ ਫੀਲ ਕਰ ਸਕਦੇ ਹਾਂ ਕਿ ਜਦੋਂ ਪੁਲਿਸ ਫੋਰਸ 1955 ਦੇ ਵਿੱਚ ਹੀ ਪੁਲਿਸ ਹਰਮੰਦਰ ਸਾਹਿਬ ਜਾ ਕੇ ਆਪਣਾ ਉੱਥੇ ਲੋਕਾਂ ਨੂੰ ਅਰੈਸਟ ਕਰੇ, ਗ੍ਰੰਥੀ ਨੂੰ ਵੀ ਐਂਡ ਹੋਰਾਂ ਨੂੰ ਵੀ, ਤਾਂ ਇੱਕ ਜਿਹੜੀਆਂ ਸਿੱਖ ਭਾਵਨਾਵਾਂ ਆ ਉਹ ਡੈਫੀਨੇਟਲੀ ਆਹਤ ਹੋਣਗੀਆਂ। ਔਰ ਲੋਕਾਂ ਦੇ ਵਿੱਚ ਇੱਕ ਇਮੋਸ਼ਨਸ ਦੇ ਵਿੱਚ ਆ ਕੇ ਬਹਿ ਜਾਣਾ ਔਰ ਇੱਕ ਜੋਸ਼ ਆਉਣਾ ਬੜੀ ਕਾਮਨ ਜੀ ਗੱਲ ਆਪਾਂ ਇਮੇਜਿਨ ਕਰ ਸਕਦੇ ਹਾਂ। ਸੋ ਪੰਜਾਬੀ ਸੂਬਾ ਮੂਵਮੈਂਟ ਇੱਥੇ ਬਹੁਤ ਹੋਰ ਜ਼ਿਆਦਾ ਮੋਮੈਂਟਮ ਪਕੜਦਾ। ਔਰ ਅਲਟੀਮੇਟਲੀ ਕੀ ਹੁੰਦਾ ਹੈ ਕਿ ਜਿਹੜਾ ਭੀਮ ਸੈਨ ਸੱਚਰ ਚੀਫ ਮਿਨਿਸਟਰ ਹੁੰਦੇ ਆ, ਉਹਨਾਂ ਨੂੰ ਇਹ ਜਿਹੜਾ ਬੈਨ ਲਗਾਇਆ ਹੁੰਦਾ ਨਾਅਰੇਬਾਜ਼ੀ ਕਰਨ ਤੇ, ਉਹ ਬੈਨ ਨੂੰ ਹਟਾਉਣਾ ਪੈਂਦਾ। ਔਰ ਉਹਨਾਂ ਨੂੰ ਆਪ ਆ ਕੇ ਅਪੋਲੋਜਾਈਜ਼ ਕਰਦੇ ਨੇ, ਉਹਨਾਂ ਦਾ ਬਹੁਤ ਭਾਵੁਕ ਹੁੰਦੇ ਨੇ, ਰੋਂਦੇ ਵੀ ਨੇ, ਔਰ ਆਪ ਆ ਕੇ ਅਪੋਲੋਜਾਈਜ਼ ਕਰਦੇ ਨੇ, ਮਾਫੀ ਮੰਗੀ ਜਾਂਦੀ ਆ, ਜਿਹਦੇ ਨਾਲ ਇਸ ਪੰਜਾਬੀ ਸੂਬਾ ਮੂਵਮੈਂਟ ਨੂੰ ਥੋੜੀ ਜੀ ਠੱਲ ਪਾਈ ਜਾ ਸਕਦੀ ਹੈ ਉਸ ਸਮੇਂ ਤੱਕ। ਔਰ ਨਾਲ ਹੀ 1955 ਦੇ ਵਿੱਚ ਜਿਹੜੀ ਸਟੇਟ ਰੀਆਰਗੇਨਾਈਜੇਸ਼ਨ ਕਮੇਟੀ ਦੀ ਰਿਪੋਰਟ ਆ ਜਾਂਦੀ ਹੈ, ਜਿਹੜੀ 2 ਸਾਲ ਪਹਿਲਾਂ ਬਿਠਾਈ ਗਈ ਹੁੰਦੀ ਹੈ, ਉਹਦੀ ਰਿਪੋਰਟ ਆਉਂਦੀ ਹੈ। ਉਹ ਇੱਕ ਅਲੱਗ ਹੀ ਆਈਡੀਆ ਦਿੰਦੀ ਹੈ ਉਹ ਰਿਪੋਰਟ। ਉਸ ਰਿਪੋਰਟ ਨੂੰ ਆਪਣਾ ਮੈਮੋਰੈਂਡਮ, ਮੈਂ ਪਹਿਲਾਂ ਵੀ ਦੱਸਿਆ ਕਿ ਮਾਸਟਰ ਤਾਰਾ ਸਿੰਘ ਦੇ ਕੇ ਆਉਂਦੇ ਨੇ ਕਿ ਸਾਨੂੰ ਇੱਕ ਏਦਾਂ ਦਾ ਸੂਬਾ ਚਾਹੀਦਾ ਜਿਹਦੇ ਵਿੱਚ ਰਾਜਸਥਾਨ ਦਾ ਕੁਝ ਪੋਰਸ਼ਨ ਵੀ ਆਵੇ, ਹਿਮਾਚਲ ਦਾ ਕੁਝ ਹਿੱਸਾ ਵੀ ਆਵੇ, ਜਿਹੜਾ ਪੰਜਾਬੀ ਸਪੀਕਿੰਗ ਹਿੱਸਾ ਆ, ਔਰ ਨਾਲ ਹੀ ਹਰਿਆਣੇ ਦੇ ਵਿੱਚ ਜਿਹੜੇ ਇੱਕ ਏਰੀਆਜ਼ ਆ ਜਿਹੜੇ ਪੰਜਾਬੀ ਸਪੀਕਿੰਗ, ਇਹ ਸਾਰੇ ਸਾਨੂੰ ਇਕੱਠੇ ਕਰਕੇ ਇੱਕ ਪੰਜਾਬੀ ਸੂਬਾ ਬਣਾ ਦਿਓ, ਬਾਕੀਆਂ ਨੂੰ ਕੱਢ ਦਿਓ। ਲੇਕਿਨ ਜਿਹੜੀ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਆ, ਉਹਦੀ ਰਿਪੋਰਟ ਇਹ ਆਉਂਦੀ ਹੈ, ਉਹ ਬਿਲਕੁਲ ਵੀ ਇਸ ਦੇ ਪੱਖ 'ਚ ਨਹੀਂ ਹੁੰਦੇ। ਉਹਨਾਂ ਨੂੰ ਹੁੰਦਾ ਹੈ ਕਿ ਜਿਹੜਾ ਹਿਮਾਚਲ ਦਾ ਕੁਝ ਹਿੱਸਾ ਆ ਰਾਦਰ, ਉਸ ਨੂੰ ਵੀ ਪੰਜਾਬ 'ਚ ਮਿਲਾ ਲਿਆ ਜਾਵੇ, ਨਾਲ ਹੀ ਪੈਪਸੂ ਨੂੰ ਮਰਜ ਕਰ ਲਿਆ ਜਾਵੇ, ਬਟ ਹਿਮਾਚਲ ਦਾ ਕੁਝ ਹਿੱਸਾ ਜਿਹੜਾ ਉਹਨੂੰ ਵੀ ਪੰਜਾਬ 'ਚ ਮਿਲਾ ਲਿਆ ਜਾਵੇ। ਸੋ ਜਿਹੜੀ ਇਸ ਕਮਿਸ਼ਨ ਦੀ ਰਿਪੋਰਟ ਹੁੰਦੀ ਆ, ਇਹਦਾ ਪੁਰਜ਼ੋਰ ਵਿਰੋਧ ਕਰਦਾ ਅਕਾਲੀ ਦਲ। ਬਿਕੋਜ਼ ਫਿਰ ਮੈਂ ਤੇ ਗੱਲ ਕਰ ਚੁੱਕੀ ਹਾਂ ਕਿ ਅਕਾਲੀ ਦਲ ਦੇ ਉਸ ਟਾਈਮ ਇਹ ਦੇਖਣ ਨੂੰ ਮਿਲਦਾ ਕਿ ਉਹਨਾਂ ਦੀ ਆਇਡੈਂਟੀਟੀ ਹੋ ਸਕਦਾ ਇਹ ਹੋਵੇ ਕਿਉਂਕਿ ਉਹਨਾਂ ਨੂੰ ਸਿੱਖ ਮੈਜੋਰਿਟੀ ਸੂਬਾ ਹੀ ਚਾਹੀਦਾ ਸੀ ਟੂ ਇਸਟੈਬਲਿਸ਼ देयर ਪੋਲਿਟਿਕਸ। ਅਦਰਵਾਈਜ਼ ਉਹਨਾਂ ਦੀ ਪਾਰਟੀ ਦੀ ਇਸਟੈਬਲਿਸ਼ਮੈਂਟ ਇਸ ਤਰ੍ਹਾਂ ਨਹੀਂ ਹੋ ਸਕਦੀ ਸੀ, ਕਿਉਂਕਿ ਅਕਾਲੀ ਦਲ ਜਿਹੜੀ ਸੀ ਉਹ ਬਿਲਕੁਲ ਹੀ ਸਿੱਖਾਂ ਦੀ ਪਾਰਟੀ ਸੀ, ਫੁੱਲ ਫਲੈਜਡ।
ਉਹਨਾਂ ਦਾ ਕੋਈ ਸੈਕੂਲਰ ਜਿਹੜੀ ਉਹਨਾਂ ਦੀ ਵਿਚਾਰਧਾਰਾ ਜਾਂ ਉਹਨਾਂ ਦਾ ਸੈਕੂਲਰ ਕਨਸਟੀਟਿਊਸ਼ਨ ਨਹੀਂ ਸੀ। ਉਹ 1996 ਦੇ ਵਿੱਚ ਜਾ ਕੇ ਮੋਗਾ ਕਨਵੈਨਸ਼ਨ ਦੇ ਵਿੱਚ ਬਣਦਾ। ਸੋ ਬਟ ਉਸ ਸਮੇਂ ਤੱਕ ਉਹ ਇੱਕ ਸਿੱਖ ਮੈਜੋਰਿਟੀ ਪਾਰਟੀ ਸੀ ਔਰ ਉਹਨਾਂ ਨੂੰ ਇੱਕ ਸਿੱਖ ਸੂਬਾ ਹੀ ਚਾਹੀਦਾ ਸੀ। ਬਟ ਇਸ ਕਮਿਸ਼ਨ ਦੀ ਰਿਪੋਰਟ ਨੇ ਹਿਮਾਚਲ ਦੇ ਕੁਝ ਹਿੱਸੇ ਵੀ ਪੰਜਾਬ ਦੇ ਵਿੱਚ ਮਿਲਾਉਣ ਦੀ ਗੱਲ ਕਰ ਦਿੱਤੀ, ਜਿਹਦੇ ਨਾਲ ਪੰਜਾਬ ਇਸ ਤੋਂ ਵੀ ਜ਼ਿਆਦਾ ਹਿੰਦੂ ਪੋਪੂਲੇਸ਼ਨ ਪੰਜਾਬ 'ਚ ਹੋ ਜਾਣੀ ਸੀ, ਜਿਹੜੀ ਅਕਾਲੀ ਦਲ ਨੂੰ ਇੱਕ ਇਨਸਿਕਿਉਰਿਟੀ ਕ੍ਰੀਏਟ ਕਰਦੀ ਔਰ ਨਾਲ ਹੀ ਜਿਹੜੀਆਂ ਹਿੰਦੂ ਸੰਗਠਨ ਹੁੰਦੇ ਨੇ ਜਿਵੇਂ ਆਰਿਆ ਸਮਾਜ, ਇਹ ਸਾਰੀਆਂ ਇਹ ਇਸ ਚੀਜ਼ ਦਾ ਨਾਰਾ ਸ਼ੁਰੂ ਕਰ ਦਿੰਦੇ ਨੇ ਕਿ ਸਾਨੂੰ ਮਹਾ ਪੰਜਾਬ ਚਾਹੀਦਾ, ਸਾਨੂੰ ਗ੍ਰੇਟ ਪੰਜਾਬ ਚਾਹੀਦਾ। ਮਤਲਬ ਕਿ ਇਸੇ ਤਰ੍ਹਾਂ ਜੋ ਸਟੇਟ ਰੀਆਰਗੇਨਾਈਜੇਸ਼ਨ ਕਮੇਟੀ ਦੀ ਰਿਪੋਰਟ ਸੀ ਕਿ ਹਿਮਾਚਲ ਦਾ ਵੀ ਕੁਝ ਹਿੱਸਾ ਵਿੱਚ ਮਿਲਾ ਦਿੱਤਾ ਜਾਵੇ। ਸੋ ਉਹ ਹਿੰਦੂ ਸੰਗਠਨ ਇਸ ਦੇ ਫੇਵਰ 'ਚ ਹੁੰਦੇ ਆ ਕਿ ਸਾਨੂੰ ਮਹਾ ਪੰਜਾਬ ਚਾਹੀਦਾ ਹੈ। ਉਹ ਸਟੇਟ ਆਰਗੇਨਾਈਜੇਸ਼ਨ ਕਮੇਟੀ ਦੇ ਫੇਵਰ 'ਚ ਵੀ ਨਹੀਂ ਹੁੰਦੇ, ਬਸ ਇੱਕ ਉਹਨਾਂ ਦਾ ਆਈਡੀਆ ਹੁੰਦਾ ਕਿ ਪੰਜਾਬ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ, ਇਹਦੇ ਵਿੱਚ ਉਲਟਾ ਹੋਰ ਹਿੰਦੀ ਏਰੀਆਜ਼ ਮਿਕਸ ਕਰ ਦੇਣੇ ਚਾਹੀਦੇ ਔਰ ਮਹਾ ਪੰਜਾਬ ਗ੍ਰੇਟ ਪੰਜਾਬ ਦਾ ਨਾਰਾ ਲੈ ਕੇ ਆਉਂਦੇ ਔਰ ਨਾਲ ਹੀ ਅਕਾਲੀ ਦਲ ਇਸ ਸਟੇਟ ਰੀਆਰਗੇਨਾਈਜੇਸ਼ਨ ਕਮੇਟੀ ਦੀ ਇਸ ਚੀਜ਼ ਦੇ ਨਾਲ ਬਹੁਤ ਨਾਰਾਜ਼ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਸਮੇਂ ਦੀ ਫਿਰ ਪੋਲਿਟਿਕਸ ਕਿੱਦਾਂ ਸੀ ਜਦੋਂ 1955 ਚ ਐਡਾ ਐਜੀਟੇਸ਼ਨ ਹੁੰਦਾ ਹੈ, ਪੁਲਿਸ ਗੁਰਦੁਆਰੇ ਦੇ ਹਰਮੰਦਰ ਸਾਹਿਬ ਦੇ ਅੰਦਰ ਤੱਕ ਜਾਂਦੀ ਹੈ। ਸੋ ਉਸ ਟਾਈਮ ਦੀ ਪੋਲਿਟਿਕਸ ਕਿੱਦਾਂ ਸੀ? ਉਸ ਟਾਈਮ ਦੀ ਪੋਲਿਟਿਕਸ ਇਦਾਂ ਸੀ ਕਿ ਭੀਮ ਸੈਨ ਸੱਚਰ ਜਿਹੜੇ ਚੀਫ ਮਿਨਿਸਟਰ ਹੁੰਦੇ ਆ, ਉਹਨਾਂ ਦਾ ਕਾਂਗਰਸ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਆਪਾਂ ਕਰ ਚੁੱਕੇ ਹਾਂ ਵੀ ਬਹੁਤ ਧੜੇਬਾਜ਼ੀ ਸ਼ੁਰੂ ਤੋਂ ਰਹੀ ਹੈ। ਸੋ ਜਿਹੜੇ ਬਾਕੀ ਦੇ ਧੜੇ ਹੁੰਦੇ ਆ, ਪ੍ਰਤਾਪ ਸਿੰਘ ਕੈਰੋਂ ਦਾ ਧੜਾ ਇੱਕ ਤਰ੍ਹਾਂ ਨਾਲ ਸੱਚਰ ਨੂੰ ਕੁਰਸੀ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ, ਇਸ ਗੱਲ ਦਾ ਦਾਅਵਾ ਕਰਕੇ ਕਿ ਇਹ ਅਕਾਲੀ ਐਜੀਟੇਸ਼ਨ ਨੂੰ ਬਹੁਤ ਲੀਨੀਅੰਟ ਸਮਝਦੇ ਰਹੇ, ਉਹਨੂੰ ਚੰਗੀ ਤਰ੍ਹਾਂ ਹੈਂਡਲ ਨਹੀਂ ਕਰ ਪਾਏ ਔਰ ਅਲਟੀਮੇਟਲੀ ਜਾ ਕੇ ਮਾਫੀ ਮੰਗਣੀ ਪਈ। ਸੋ ਇਸ ਗੱਲ ਤੇ ਸੱਚਰ ਨੂੰ ਹਟਾਉਣ ਦੀਆਂ ਕਵਾਇਦਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਕਿ ਪੀਐਸ ਕੈਰੋਂ ਮੁੱਖ ਮੰਤਰੀ ਬਣ ਸਕਣ। ਸੋ 10 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ, ਭੀਮ ਸਿੰਘ ਸੱਚਰ ਨੂੰ ਹਟਾ ਦਿੱਤਾ ਜਾਂਦਾ ਹੈ। ਸੋ ਇੱਥੋਂ ਪੋਲਿਟਿਕਸ ਬਦਲਦੀ ਆ। ਪੋਲਿਟਿਕਸ ਐਵੇਂ ਬਦਲਦੀ ਆ ਕਿ ਸਾਰੀ ਲੜਾਈ ਸਿੱਖ ਵਰਸਸ ਸਿੱਖ ਹੋ ਜਾਂਦੀ ਹੈ। ਪਹਿਲਾਂ ਜਿਹੜੇ ਸੀਐਮ ਚਿਹਰਾ ਸੀ ਉਹ ਹਿੰਦੂ ਚਿਹਰਾ ਸੀ, ਸੋ ਇੱਕ ਹਿੰਦੂ ਸਪੋਰਟ ਐਂਡ ਹਿੰਦੂ ਉਧਰ ਸੀ, ਲੇਕਿਨ ਜਿਹੜੀ ਅਕਾਲੀ ਦਲ ਸੀ ਉਹ ਟੋਟਲੀ ਸਿੱਖ ਸੀਗੇ, ਬਿਲਕੁਲ ਐਕਸਟ੍ਰੀਮ ਸਿੱਖ। ਸੋ ਇਸੇ ਤਰ੍ਹਾਂ ਉਹਨਾਂ ਦੇ ਵਰਸਸ ਇੱਕ ਜਿਹੜੇ ਸੀਐਮ ਚਿਹਰਾ ਉਹ ਸਿੱਖ ਚਿਹਰਾ ਬਣ ਜਾਂਦੇ ਨੇ ਪ੍ਰਤਾਪ ਸਿੰਘ ਕੈਰੋਂ। ਸੋ ਪ੍ਰਤਾਪ ਸਿੰਘ ਕੈਰੋਂ ਦਾ ਬਹੁਤ ਰੁਥਲੈਸ ਐਂਡ ਐਡਾਮੈਂਟ ਰਵੱਈਆ ਅਕਾਲੀ ਦਲ ਵੱਲ ਰਿਹਾ ਹੁੰਦਾ ਔਰ ਬੜੇ ਸਟ੍ਰਿਕਟਲੀ ਔਰ ਬੜੇ ਪ੍ਰਤਾਪ ਸਿੰਘ ਕੈਰੋਂ ਬਾਰੇ ਇਹ ਵੀ ਗੱਲ ਕਹੀ ਜਾਂਦੀ ਕਿ ਉਹ ਪੋਲੀਟੀਕਲ ਸਾਈਕੋਲੋਜਿਸਟ ਸੀ। ਉਹ ਪਹਿਲਾਂ ਹੀ ਆਪਣੇ ਵਿਰੋਧੀ ਦੀ ਚਾਲ ਨੂੰ ਸਾਈਕੋਲੋਜੀ ਨਾਲ ਸਮਝ ਲੈਂਦੇ ਸੀ, ਇਸ ਕਰਕੇ ਉਸੇ ਤਰ੍ਹਾਂ ਹੀ ਚੱਲਦੇ ਸੀ। ਪ੍ਰਤਾਪ ਸਿੰਘ ਕੈਰੋਂ ਸੀਐਮ ਬਣਦੇ ਨੇ, ਉਹ ਆ ਕੇ ਬਹੁਤ ਅੱਛੇ ਢੰਗ ਨਾਲ ਇਸ ਚੀਜ਼ ਨੂੰ ਮੈਨੇਜ ਕਰਦੇ ਆ। ਉਹ 1953 ਫੈਬਰੂਅਰੀ ਦੇ ਵਿੱਚ ਇੱਕ ਸਮਾਗਮ ਹੁੰਦਾ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦਾ। ਉਸ ਟਾਈਮ ਹੀ ਇੱਕ ਪਾਸੇ ਕਾਂਗਰਸ ਦਾ ਸਮਾਗਮ ਹੁੰਦਾ, ਨਾਲ ਹੀ ਅਕਾਲੀ ਦਲ ਵੀ ਇੱਕ ਪੈਰਲਲ ਸਮਾਗਮ ਆਪਣਾ ਰੱਖ ਲੈਂਦਾ ਔਰ ਨਾਲ ਹੀ ਜਿਹੜੇ ਹਿੰਦੀ ਲੈਂਗੁਏਜ ਦੇ ਸਪੋਰਟਰ ਹੁੰਦੇ ਆ, ਹਿੰਦੂ ਮਹਾਸਭਾ ਵਗੈਰਾ, ਆਰਿਆ ਸਮਾਜ ਜਨਸੰਘ, ਉਹ ਵੀ ਇੱਕ ਆਪਣਾ ਪੈਰਲਲ ਸਮਾਗਮ ਰੱਖ ਲੈਂਦੇ ਆ। ਸੋ ਅੰਮ੍ਰਿਤਸਰ ਦੇ ਵਿੱਚ ਕਾਂਗਰਸ, ਅਕਾਲੀ ਦਲ ਐਂਡ ਜਿਹੜੀ ਹਿੰਦੂ ਓਰੀਐਂਟਡ ਪਾਰਟੀ ਸੀਗੀਆਂ ਉਹਨਾਂ ਦਾ ਇੱਕ ਸਮਾਗਮ ਚੱਲਦਾ। ਇਸ ਸਮਾਗਮ ਦੇ ਵਿੱਚ ਜਿਹੜੀ ਜਿੱਤ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸ਼ੋ ਆਫ ਸਟਰੈਂਥ ਹੁੰਦਾ, ਉਹਦੇ ਵਿੱਚ ਜੋ ਜਿੱਤਦਾ ਉਹ ਅਕਾਲੀ ਦਲ ਜਿੱਤਦਾ। ਅਕਾਲੀ ਦਲ ਦੇ ਵਿੱਚ ਲੌਰੀਜ਼, ਟਰੈਕਟਰਸ, ਊਠ, ਹਾਥੀ, ਸਾਰਿਆਂ ਦੇ ਉੱਤੇ ਬਹੁਤ ਭੀੜ, ਬਹੁਤ ਜ਼ਿਆਦਾ ਲੋਕ ਉਹ ਅਕਾਲੀ ਦਲ ਦੇ ਸਮਾਗਮ ਦੇ ਵਿੱਚ ਇਕੱਠੇ ਹੁੰਦੇ ਨੇ। ਕਾਂਗਰਸ ਦੇ ਵਿੱਚ 50,000 ਦੱਸੇ ਜਾਂਦੇ ਨੇ। ਜਿਹੜੀ ਹਿੰਦੂ ਓਰੀਐਂਟਡ ਜਿਹੜੀਆਂ ਪਾਰਟੀ ਸੀ, ਹਿੰਦੀ ਭਾਸ਼ਾ ਦੇ ਲਈ ਜਿਹੜਾ ਸਮਾਗਮ ਕੀਤਾ ਜਾ ਰਿਹਾ ਸੀ, ਉਹਦੇ ਵਿੱਚ ਵੀ ਕੁਝ ਹਜ਼ਾਰ ਲੋਕ ਦੱਸੇ ਜਾਂਦੇ ਨੇ। ਬਟ ਜਿਹੜੇ ਅਕਾਲੀ ਦਲ ਦੇ ਇਸ ਸ਼ੋ ਆਫ ਸਟਰੈਂਥ ਦੇ ਵਿੱਚ 7 ਤੋਂ 10 ਲੱਖ ਲੋਕ ਅਕਾਲੀ ਦਲ ਵੱਲੋਂ ਦੱਸੇ ਜਾਂਦੇ ਨੇ ਵੀ ਇੰਨੇ ਲੋਕ ਸੀਗੇ, ਇੰਨੀ ਭੀੜ ਸੀ। ਇਸ ਦੇ ਵਿੱਚ ਹਾਥੀ ਦੇ ਉੱਤੇ ਬੈਠ ਕੇ ਜਾਂਦੇ ਨੇ ਮਾਸਟਰ ਤਾਰਾ ਸਿੰਘ ਜੀ ਔਰ ਇੱਕ ਤਰ੍ਹਾਂ ਨਾਲ ਇਹ ਸ਼ੋ ਆਫ ਸਟਰੈਂਥ ਦਿਖਾਉਂਦਾ ਆ ਕਾਂਗਰਸ ਨੂੰ ਔਰ ਬਾਕੀ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਕਿ ਜਿਹੜੀ ਪੰਜਾਬੀ ਸਪੀਕਿੰਗ ਸੂਬੇ ਦੀ ਮੰਗ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਂਗਰਸ ਨੂੰ ਹੈਂਡਲ ਕਰਨੀ ਹੀ ਪੈਗੀ, ਅਦਰਵਾਈਜ਼ ਇੱਕ ਸਿਰਦਰਦੀ ਬਣੇਗੀ। ਔਰ ਪ੍ਰਤਾਪ ਸਿੰਘ ਕੈਰੋਂ ਨਵੇਂ ਮੁੱਖ ਮੰਤਰੀ ਬਣੇ ਹੁੰਦੇ ਨੇ, ਉਹ ਇੱਕ ਮਾਸਟਰ ਤਾਰਾ ਸਿੰਘ ਨੂੰ ਆਪਣੇ ਕੋਲ ਬੁਲਾਉਂਦੇ ਨੇ ਗੱਲਬਾਤ ਦੇ ਲਈ। ਉਹ ਕਹਿੰਦੇ ਨੇ ਕਿ ਇਹਦਾ ਅੰਦੋਲਨ ਨਹੀਂ ਕਰਨੇ, ਆਪਾਂ ਗੱਲਬਾਤ ਦੇ ਨਾਲ ਮਸਲਾ ਹੱਲ ਕਰਾਂਗੇ। ਸੋ ਉੱਥੇ ਇੱਕ ਡਿਵੈਲਪ ਹੁੰਦਾ ਰੀਜਨਲ ਫਾਰਮੂਲਾ। ਸੋ 1956 ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਹੁਕਮ ਸਿੰਘ ਦੇ ਨਾਲ ਐਂਡ ਗਿਆਨੀ ਕਰਤਾਰ ਸਿੰਘ ਦੇ ਨਾਲ ਇੱਕ ਰੀਜਨਲ ਫਾਰਮੂਲਾ ਬਣਾ ਕੇ ਡਿਵੈਲਪ ਕਰਕੇ ਇੱਕ ਤਰ੍ਹਾਂ ਨਾਲ ਅਕਾਲੀ ਲੀਡਰਸ਼ਿਪ ਸਾਰੀ ਨੂੰ ਖੁਸ਼ ਕਰ ਦਿੰਦੇ ਨੇ, ਜਿਹਦੇ ਵਿੱਚ ਉਹ ਆਈਡੀਆ ਦਿੰਦੇ ਨੇ ਕਿ ਆਪਾਂ ਇਦਾਂ ਕਰਾਂਗੇ, 2 ਜ਼ੋਨ ਬਣਾ ਦਾਂਗੇ, ਆਪਣੇ 2 ਰੀਜਨ ਬਣਾ ਦਾਂਗੇ ਅਲੱਗ-ਅਲੱਗ। ਉਹ ਹੋਏਗਾ ਇੱਕ ਰੀਜਨ ਹੋਏਗਾ ਹਿੰਦੀ ਬੋਲਦਾ ਇਲਾਕਾ ਜਿਹੜਾ ਹਰਿਆਣੇ ਵਾਲੀ ਸਾਈਡ ਦਾ ਸੀ ਔਰ ਇੱਕ ਹੋਏਗਾ ਪੰਜਾਬੀ ਬੋਲਦਾ ਜ਼ੋਨ ਜਿਹੜਾ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਹੈਗਾ। ਔਰ ਇਹਦੇ ਵਿੱਚ ਐਦਾਂ ਦੇ ਸੂਬੇ ਵੀ ਹੋਣਗੇ, ਐਦਾਂ ਦਾ ਪੋਰਸ਼ਨ ਵੀ ਰੱਖਾਂਗੇ ਜਿਹੜਾ ਬਾਇਲਿੰਗੁਅਲ ਹੋਏਗਾ, ਜਿੱਥੇ ਦੋਨੋਂ ਭਾਸ਼ਾ ਲੋਕ ਬੋਲਦੇ ਹੋਣਗੇ। ਦੋਨਾਂ ਜ਼ੋਨਸ ਦੀ ਆਪਣੀ ਆਪਣੀ ਕਮੇਟੀ ਹੋਏਗੀ,
ਉਹਨਾਂ ਦਾ ਬੱਚਿਆਂ ਨੂੰ ਆਪਣੀ ਪ੍ਰਾਇਮਰੀ ਭਾਸ਼ਾ ਜਿਹੜੀ ਪੰਜਾਬੀ ਜ਼ੋਨ 'ਚ ਪੰਜਾਬੀ ਚੱਲੇਗੀ, ਗੁਰਮੁਖੀ ਲਿਪੀ, ਔਰ ਉਧਰਲੇ ਪਾਸੇ ਹਿੰਦੀ ਜ਼ੋਨ ਦੇ ਵਿੱਚ ਦੇਵਨਾਗਰੀ ਪੜ੍ਹਾਈ ਜਾਏਗੀ ਬੱਚਿਆਂ ਨੂੰ, ਔਰ ਥੋਪਿਆ ਕੁਛ ਨਹੀਂ ਜਾਏਗਾ। ਜਿਹੜੀ ਸਰਕਾਰੀ ਭਾਸ਼ਾ ਹੋਏਗੀ ਉਹ ਵੀ ਜ਼ੋਨ ਦੇ ਵਿੱਚ ਡਿਵਾਈਡਡ ਹੋਏਗੀ। ਸੋ ਇਸ ਚੀਜ਼ ਦੇ ਨਾਲ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹ ਖੁਸ਼ ਹੋ ਜਾਂਦੀ ਹੈ ਕਿ ਐਟ ਲੀਸਟ ਜੇ ਸਾਨੂੰ ਪੰਜਾਬੀ ਸੂਬਾ ਨਹੀਂ ਮਿਲਿਆ, ਘੱਟੋ ਘੱਟ ਸਾਨੂੰ ਪੰਜਾਬੀ ਜ਼ੋਨ ਤਾਂ ਮਿਲ ਗਿਆ। ਔਰ ਇੱਕ ਤਰ੍ਹਾਂ ਦੇ ਨਾਲ ਪ੍ਰਤਾਪ ਸਿੰਘ ਕੈਰੋਂ ਦੀਆਂ ਗੱਲਾਂ ਦੇ ਵਿੱਚ ਆ ਕੇ ਅਕਾਲੀ ਦਲ, ਅਕਾਲੀ ਲੀਡਰਸ਼ਿਪ ਇੱਥੇ ਅਲਾਈਅੰਸ ਕਰ ਲੈਂਦੀ ਹੈ 1956 ਦੇ ਵਿੱਚ ਹੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ। ਸੋ ਇਸ ਅਲਾਈਅੰਸ ਦਾ ਮਤਲਬ ਇੱਥੇ ਇਹ ਵੀ ਹੋ ਸਕਦਾ ਹੈ ਕਿਉਂਕਿ ਅਗਲੇ ਸਾਲ ਹੀ 1957 ਦੇ ਵਿੱਚ ਇਲੈਕਸ਼ਨ ਆਉਣ ਵਾਲੇ ਹੁੰਦੇ ਨੇ। ਸੋ 57 ਦੇ ਇਲੈਕਸ਼ਨ ਅਕਾਲੀ ਦਲ ਕਾਂਗਰਸ ਦੇ ਨਾਲ ਰਲ ਕੇ ਲੜਦਾ ਹੈ ਜਦੋਂ ਪ੍ਰਤਾਪ ਸਿੰਘ ਕੈਰੋਂ ਰੀਜਨਲ ਫਾਰਮੂਲਾ ਦੇ ਦਿੰਦੇ ਨੇ। ਹੁਣ ਇਸ ਰੀਜਨਲ ਫਾਰਮੂਲੇ ਦਾ ਅੱਗੇ ਕੀ ਬਣਦਾ ਹੈ? ਜਦੋਂ ਇੱਕ ਵਾਰੀ ਅਕਾਲੀ ਦਲ ਦਾ ਕਾਂਗਰਸ ਨਾਲ ਅਲਾਈਅੰਸ ਹੋ ਕੇ ਸਹਿਮਤੀ ਹੋ ਗਈ ਸੀ ਰੀਜਨਲ ਫਾਰਮੂਲੇ ਤੇ, ਫਿਰ ਵੀ ਇਹ ਅੰਦੋਲਨ 1966 ਤੱਕ ਕਿਉਂ ਚੱਲਿਆ, ਉਹਦੀ ਗੱਲਬਾਤ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਬਿਕੋਜ਼ ਇਹ ਬਹੁਤ ਲੰਬੀ ਹੋ ਗਈ ਹੈ। ਥੈਂਕ ਯੂ ਸੋ ਮਚ।